बाइबल कलां गोली कांड और बरगाड़ी कांड और मुल्तानी केस सर कितने तक मतलब केस ਹੁਣ ਪਹੁੰਚੇ ਨੇ। देखो जी, ये तो जो रीसेंट सैनी वाली सैनी एक एंटीसिपेटरी बेल के ऑर्डर आया है, उस तो बाद जो मैनू समझ आती है क्योंकि सैनी नामजद है इन्होंने दोवां केसिस बरगाड़ी ते बाइबल कलां एज अ रिजल्ट सुमेध सैनी के अगेंस्ट ये इन्वेस्टिगेशन स्टे होने करके वो मैटर भी तफ्तीश उन्होंने रुक गई है या रुकी होनी चाहिए है, जो मैनू समझ आता है। हूँ जदों तक स्टे विकेट नहीं होंगे उदों तक कुछ नहीं हो सकता, अदरवाइज सुमेध सैनी की पूरी लाइबिलिटी बनती है। मुल्तानी केस दे विच तफ्तीश एक बारी हो हटी है, वो चीज़ रुकी तां है क्योंकि अगेन इन्वेस्टिगेशन ते ब्लैंकेट स्टे आ गया, KIP सिंह का रोल इन्वेस्टिगेट हो रहा सी, कोर्ट दे विच चलान फाइल हो चुका है, सप्लीमेंटरी चलान इन्होंने जो फाइल करना सी वो सुप्रीम कोर्ट दे विच इहदी क्वेश्चन पेंडिंग है। मुल्तानी केस है जिहड़ा स्टे नहीं किया हाई कोर्ट ने क्योंकि वो सुप्रीम कोर्ट की क्वेश्चन पेंडिंग है, तो पंजाब सरकार ने उहदे कहा जी असीं चलान फाइल किया है, उहदे ते रुके हुए हैं। एक सरकार 2007 ਦੇ ਵਿੱਚ ਬਣਦੀ ਹੈ, ਸੁਮੇਧ ਸੈਣੀ ਨੂੰ ਆਊਟ ਆਫ ਟਰਨ ਵਿਜੀਲੈਂਸ ਚੀਫ ਲਾ ਦਿੰਦੀ ਹੈ। ਉਹ ਵਿਜੀਲੈਂਸ ਚੀਫ ਬਣ ਕੇ ਝੂਠੇ ਪਰਚੇ ਦਿੰਦਾ ਹੈ, ਲੋਕਾਂ ਨੂੰ ਤੰਗ ਕਰਦਾ, ਸਾਰਾ ਕੁਝ ਕਰਦਾ ਹੈ। ਪਬਲਿਕ ਉਸ ਸਰਕਾਰ ਨੂੰ ਵੋਟ ਦੇ ਕੇ ਦੁਬਾਰਾ ਪਾਵਰ 'ਚ ਲੈ ਆਉਂਦੀ ਹੈ। ਇਹਦਾ ਮਤਲਬ ਕੀ ਹੈ ਕਿ ਸੁਮੇਧ ਸੈਣੀ ਤੋਂ ਖੁਸ਼ ਸੀ ਕਿ ਦੁਖੀ ਸੀ? ਸੁਮੇਧ ਸੈਣੀ ਨੂੰ ਉਹਨਾਂ ਨੇ ਲਾਇਆ 5 ਸਾਲ ਆਊਟ ਆਫ ਟਰਨ, ਕੋਈ ਹੈਡ ਨਹੀਂ ਹੁੰਦਾ, ਤੇ ਉਸ ਤੋਂ ਬਾਅਦ 5 ਸਾਲਾਂ ਬਾਅਦ ਬਾਦਲਾਂ ਦਾ ਕੇਸ ਵੀ ਬੰਦ ਹੋਇਆ। ਉਸ ਤੋਂ ਬਾਅਦ ਕੀ ਹੋਇਆ ਮੈਨੂੰ ਦੱਸੋ? ਗਵਾਹ ਮੁਕਰੇ, ਸਾਰਾ ਹੋਇਆ। ਪਬਲਿਕ ਨੇ ਉਸੇ ਗਵਰਨਮੈਂਟ ਨੂੰ ਦੁਬਾਰਾ ਪਾਵਰ 'ਚ ਲਿਆਂਦਾ, ਤੇ ਕੀ ਇਹ ਕਲੀਅਰ ਇੰਡੀਕੇਸ਼ਨ ਨਹੀਂ ਸੀ ਕਿ ਪਬਲਿਕ ਨੇ ਸ਼ਾਬਾਸ਼ੀ ਦਿੱਤੀ ਹੈ ਸੁਮੇਧ ਸੈਣੀ ਦੇ ਕੀਤੇ ਕੰਮ ਲਈ? ਜਦੋਂ ਸਰਕਾਰ ਨੇ DGP ਲਾਤਾ, ਮੈਨੂੰ ਅੱਜ ਇੱਕ ਛੋਟੀ ਜਿਹੀ ਗੱਲ ਦੱਸੋ, ਮਤਲਬ ਬਹੁਤ ਤੁਹਾਡੇ ਦਰਸ਼ਕਾਂ ਨੂੰ ਮੈਂ ਇੱਕ ਸੋਚਣ ਵਾਲੀ ਗੱਲ ਦੇ ਰਿਹਾ। ਵਿਜੀਲੈਂਸ ਚੀਫ ਜ਼ਿਆਦਾ ਪਾਵਰਫੁਲ ਹੈ ਕਿ DGP ਪਾਵਰਫੁਲ ਹੈ? ਵਿਜੀਲੈਂਸ ਚੀਫ ਹਰ ਮਹਿਕਮੇ ਤੇ ਪਰਚਾ ਦੇ ਸਕਦਾ ਕਿ ਤੁਹਾਡੇ ਮਹਿਕਮੇ 'ਚ ਕਰਪਸ਼ਨ ਹੈ, ਤੁਹਾਡੇ 'ਚ ਕਰਪਸ਼ਨ ਹੈ, ਤੁਹਾਡੇ 'ਚ ਕਰਪਸ਼ਨ। DGP ਕੀ ਕਰੂਗਾ? DGP ਤਾਂ ਕ੍ਰਾਈਮ ਹੋ ਰਿਹਾ ਤਾਂ ਗੱਲ ਕਰੂਗਾ। ਉਹਨੇ ਵਿਜੀਲੈਂਸ ਚੀਫ ਹੁੰਦਿਆਂ ਕੀ ਕੀਤਾ ਸਾਰਿਆਂ ਨੂੰ ਪਤਾ ਹੈ, ਉਹੀ ਅਫਸਰ ਸੀ, ਉਹੀ ਕ੍ਰਿਮੀਨਲ ਸੀ, ਝੂਠੇ ਪਰਚੇ ਹੋਈ ਗਏ, ਸਾਰਾ ਕੁਝ ਹੋਈ ਗਿਆ। ਪਬਲਿਕ ਨੇ ਕਿਹਾ ਜੀ ਲਿਆਓ, ਉਹਨਾਂ ਨੇ DGP ਲਾਤਾ। ਜਦੋਂ DGP ਲਾਇਆ, ਬਰਗਾੜੀ ਬਾਈਬਲ ਕਲਾਂ ਇੰਸੀਡੈਂਟ ਹੋਇਆ, ਉਸੇ ਸਰਕਾਰ ਨੂੰ ਇਹਨਾਂ ਨੂੰ ਟ੍ਰਾਂਸਫਰ ਕਰਨਾ ਪੈ ਗਿਆ। ਉਹਦੇ ਵਿੱਚ ਤਾਂ ਸਰ ਕਈ ਪੁਲਿਸ ਅਫਸਰਾਂ ਨੇ ਵੀ ਰਾਜ ਖੋਲ੍ਹੇ ਨੇ, ਚਾਹੇ ਕੋਈ ਪੁਲਿਸ ਇੰਸਪੈਕਟਰ ਰਿਹਾ ਉਹ ਸੈਣੀ ਦੇ ਨਾਲ। ਮੈਂ ਦੱਸਦਾ, ਉਹ ਜਿਹੜੀ ਪਿੰਕੀ ਦੀ ਤੁਸੀਂ ਗੱਲ ਕਰ ਰਹੇ ਹੋ ਨਾ, ਮੈਂ ਉਸ ਚੀਜ਼ ਨੂੰ ਬਿਲਕੁਲ ਵੇਟੇਜ ਨਹੀਂ ਦਿੰਦਾ। ਪਿੰਕੀ ਦੀ ਤੁਸੀਂ ਕੋਈ 4 ਇੰਟਰਵਿਊਜ਼ ਲੈ ਲਓ, ਮੈਚ ਨਹੀਂ ਕਰਨਗੇ, ਨਹੀਂ ਕਰਦੀ। ਉਹ ਅੱਜ ਇੱਕ ਬਿਆਨ ਦੇ ਦਿੰਦਾ, ਅਗਲੀ ਵਾਰੀ ਉਹਦੇ ਤੋਂ ਬਦਲ ਜਾਂਦਾ, ਫਿਰ ਤੀਜੀ ਵਾਰੀ ਕੁਝ ਹੋਰ ਬਦਲ ਜਾਂਦਾ। ਸੋ ਇਸ ਕਰਕੇ ਉਸ ਚੀਜ਼ ਦੀ ਕੋਈ ਰੈਲੇਵੈਂਸ ਨਹੀਂ ਹੈ। ਮੈਂ ਪਿੰਕੀ ਦੀ ਨਾ ਮੈਂ ਪਿੰਕੀ ਨੂੰ ਜਾਣਦਾ, ਬਟ ਮੈਂ ਜਿੰਨੀ ਉਹਦੀ ਇੰਟਰਵਿਊਜ਼ ਦੇਖੀਆਂ, ਮੈਂ ਉਸ ਤੋਂ ਬਾਅਦ ਕਦੇ ਵੇਟੇਜ ਹੀ ਨਹੀਂ ਦਿੱਤੀ। ਇਸ ਕੇਸ ਦੇ ਵਿੱਚ ਵੀ ਉਹਦੇ ਬਿਆਨ ਸੀ, ਉਹਨਾਂ ਤੋਂ ਵੀ ਬਦਲ ਰਿਹਾ ਸੀ। ਗੁਰਬਾਣੀ ਅਖੰਡ ਬਾਣੀ ਦੇਖ ਰਹੀਆਂ ਦੇਸ਼ ਵਿਦੇਸ਼ ਦੀਆਂ तमाम ਸੰਗਤਾਂ ਦਾ ਮੈਂ ਪਰਮਜੀਤ ਸਿੰਘ ਰਾਣਵਾ ਸਵਾਗਤ ਕਰਦਾ। ਅਕਾਲ ਪੁਰਖ ਵਾਹਿਗੁਰੂ ਨੇ ਹਰ ਮਨੁੱਖ ਨੂੰ ਇਸ ਦੁਨੀਆ 'ਤੇ ਭੇਜਿਆ ਹੈ ਕਿਸੇ ਨਾ ਕਿਸੇ ਕਾਰਜ ਦੇ ਲਈ। ਉਹ ਕਾਰਜ ਕਿਸੇ ਵੀ ਖੇਤਰ ਵਿੱਚ ਹੋ ਸਕਦਾ ਹੈ, ਸਮਾਜਿਕ, ਧਾਰਮਿਕ, ਰਾਜਨੀਤਿਕ ਖੇਤਰ, ਕੋਈ ਵੀ ਖੇਤਰ ਹੈ। ਉਹ ਧੁਰ ਦਰਗਾਹ ਤੋਂ ਹੀ ਹੁਕਮ ਹੁੰਦਾ ਹੈ, ਇਸ ਜੀਵ ਇਸ ਮਾਤ ਲੋਕ 'ਤੇ ਆਉਂਦੇ ਨੇ ਔਰ ਜਬਰ ਅਤੇ ਜ਼ੁਲਮ ਦੇ ਵਿਰੁੱਧ ਅਗਰ ਕੋਈ ਡਟਦਾ ਹੈ ਤਾਂ ਉਹਨੂੰ ਅਸੀਂ ਯੋਧਾ, ਸੂਰਮਾ, ਬਹਾਦਰ ਕਈ ਨਾਮ ਦਿੰਦੇ ਹਾਂ। ਜ਼ਾਲਮ ਦਾ ਸੋਧਾ ਕਲਮ ਦੇ ਨਾਲ ਵੀ ਲਾਇਆ ਜਾ ਸਕਦਾ ਹੈ, ਜਬਰ ਅਤੇ ਜ਼ੁਲਮ ਨੂੰ ਹਥਿਆਰ ਦੇ ਨਾਲ ਵੀ ਖਤਮ ਕੀਤਾ ਜਾ ਸਕਦਾ ਹੈ। ਪਰ ਜ਼ਾਲਮ ਨੂੰ ਖਤਮ ਕਰਨ ਦੇ ਲਈ, ਜ਼ੁਲਮ ਨੂੰ ਖਤਮ ਕਰਨ ਲਈ ਸਾਡੀਆਂ ਅਦਾਲਤਾਂ ਵੀ ਨੇ, ਕਾਨੂੰਨ ਹੈ, ਔਰ ਉਸੇ ਹੀ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਬੜੇ ਬੜੇ ਉਹ ਅਪਰਾਧੀ ਜਿਨ੍ਹਾਂ ਨੇ ਹਥਿਆਰ ਚੁੱਕੇ, ਉਹ ਵੀ ਕਾਨੂੰਨ ਵੀ ਇੱਕ ਆਪਣੇ ਆਪ ਵਿੱਚ ਇੱਕ ਹਥਿਆਰ ਹੈ, ਔਰ ਕਾਨੂੰਨ ਦੇ ਹਥਿਆਰ ਅੱਗੇ ਬੜੇ ਬੜੇ ਅਪਰਾਧੀ ਸਿਰ ਨਿਵਾਉਂਦੇ ਨੇ, ਝੁਕਦੇ ਨੇ, ਭਾਵੇਂ ਉਹ ਕਿਸੇ ਵੀ ਮਰਾਤਬੇ 'ਤੇ ਬੈਠਾ ਹੋਵੇ, ਕੋਈ ਰਾਜਨੀਤਿਕ ਹੋਵੇ, ਕੋਈ ਪੁਲਿਸ ਮਹਿਕਮੇ ਵਿੱਚ ਵੱਡੇ ਤੋਂ ਵੱਡਾ ਅਫਸਰ ਹੋਵੇ। ਐਸਾ ਹੀ ਇੱਕ ਵੱਡਾ ਅਫਸਰ ਪੰਜਾਬ ਪੁਲਿਸ ਦੇ ਅੰਦਰ ਇੱਕ ਨਹੀਂ ਅਨੇਕਾਂ ਐਸੇ ਹੀ ਸੁਮੇਧ ਸੈਣੀ DGP ਪੰਜਾਬ, ਜਿਹਨੇ ਬੜਾ ਕਹਿਰ ਢਾਇਆ। KP ਗਿੱਲ ਜਿਹਦੇ ਉੱਪਰ ਕਿਤਾਬ ਲਿਖੀ ਗਈ ਪੰਜਾਬ ਦਾ ਬੁੱਚੜ, ਤੇ ਉਹ ਬੁੱਚੜਾਂ ਦਾ ਵੀ ਬੁੱਚੜ, ਬੁੱਚੜਾਂ ਦਾ ਸਰਦਾਰ,
ਐਸੇ ਹੀ ਬੁੱਚੜ ਅਫਸਰ ਜਿਨ੍ਹਾਂ ਨੇ ਅਣਮਨੁੱਖੀ ਤਸ਼ੱਦਦ ਕੀਤੇ ਔਰ ਜ਼ੁਲਮ ਦੀ ਇੰਤਹਾ ਕਰ ਦਿੱਤੀ ਉਹਨਾਂ ਦੇ ਨਾਲ ਅਗਰ ਕੋਈ ਅੜਦਾ ਹੈ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ, ਉਸ ਨੂੰ ਵੀ ਸਾਡਾ ਸਮਾਜ ਯੋਧਾ ਕਹਿੰਦਾ ਹੈ। ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਦੇਖੋਗੇ, ਮੈਂ ਤੁਹਾਡੇ ਰੂਬਰੂ ਜਿਸ ਮਹਾਨ ਸ਼ਖਸੀਅਤ ਨੂੰ ਕਰਨ ਜਾ ਰਹੇ ਹਾਂ, ਉਹਨਾਂ ਦੀ ਬਾਬਤ ਸੋਸ਼ਲ ਮੀਡੀਆ ਦੇ ਉੱਪਰ ਅਗਰ ਤੁਸੀਂ ਸਰਚ ਮਾਰੋ ਤਾਂ ਇਹਨਾਂ ਦੇ ਨਾਮ ਦੇ ਨਾਲ ਯੋਧਾ ਸ਼ਬਦ ਸਿੱਖ ਸੰਗਤਾਂ ਨੇ ਲਾਇਆ ਹੋਇਆ ਹੈ। ਸੋ ਮੇਰੀ ਮੁਰਾਦ ਹੈ ਐਡਵੋਕੇਟ ਸਰਦਾਰ ਪ੍ਰਦੀਪ ਸਿੰਘ ਵਿਰਕ ਜੀ ਤੋਂ। ਐਡਵੋਕੇਟ ਸਰਦਾਰ ਪ੍ਰਦੀਪ ਸਿੰਘ ਵਿਰਕ ਜੀ ਬਾਬਤ ਮੈਂ ਥੋੜ੍ਹਾ ਪਿਛੋਕੜ ਤੁਹਾਨੂੰ ਦੱਸ ਦੇਵਾਂ। ਇਹਨਾਂ ਦੇ ਦਾਦਾ ਜੀ IAS ਆਫੀਸਰ ਰਹੇ ਔਰ ਇਹਨਾਂ ਦੇ ਪਿਤਾ ਜੀ ਸਤਿਕਾਰਯੋਗ ਸਰਦਾਰ ਸਰਬਜੀਤ ਸਿੰਘ ਵਿਰਕ DGP ਪੰਜਾਬ ਰਹੇ, DGP ਮਹਾਰਾਸ਼ਟਰ ਰਹੇ। ਉਸ ਪਰਿਵਾਰ ਦੇ ਵਿੱਚੋਂ ਨੇ ਪ੍ਰਦੀਪ ਸਿੰਘ ਵਿਰਕ ਐਡਵੋਕੇਟ ਜੀ। ਸੋ ਇਸ ਵਕਤ ਬਹਿਬਲ ਕਲਾਂ ਗੋਲੀ ਕਾਂਡ, ਬਰਗਾੜੀ ਜੋ ਕਾਂਡ ਹੈ ਔਰ ਬਹੁਤ ਚਰਚਿਤ ਜਿਹੜਾ ਹੈ ਕੇਸ ਹੈ ਇੱਕ ਮੁਲਤਾਨੀ ਕਤਲ ਕਾਂਡ, ਮੁਲਤਾਨੀ ਕੇਸ, ਉਸ ਕੇਸ ਦੀ ਇਹ ਪੈਰਵਾਈ ਕਰ ਰਹੇ ਨੇ। ਸੋ ਐਡਵੋਕੇਟ ਸਰਦਾਰ ਪ੍ਰਦੀਪ ਸਿੰਘ ਵਿਰਕ ਜੀ, ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡੇ ਐਡੇ ਬੁੱਚੜਾਂ ਦੇ ਨਾਲ ਟੱਕਰ ਲੈਣੀ ਜੀ ਇੱਕ ਆਮ ਇਨਸਾਨ ਦਾ ਕੰਮ ਤਾਂ ਹੈ ਨਹੀਂ ਸਰ। ਇੱਕ ਬੜੀ ਸਿੰਪਲ ਜੀ ਗੱਲ ਹੈ, ਤੁਹਾਡੇ ਦਰਸ਼ਕ ਵੀ ਇਸ ਚੀਜ਼ ਨੂੰ ਮੇਰੇ ਖਿਆਲ ਮੰਨਦੇ ਹੋਣੇ ਆਪਣੇ ਦਿਲ ਦੇ ਵਿੱਚ। ਸਿੱਖ ਕੌਮ ਬਣੀ ਹੈ ਸੇਵਾ ਵਾਸਤੇ। ਇੱਕ ਸੇਵਾ ਭਾਵ ਹੈ ਜਿਹੜਾ ਹਰ ਸਿੱਖ ਦੇ ਜੀਵਨ ਦਾ ਹਿੱਸਾ ਹੈ। ਅਸੀਂ ਉਸ ਚੀਜ਼ ਨੂੰ, ਅਸੀਂ ਆਪਣੇ ਫਰਜ਼ ਤੋਂ ਭੱਜੀਏ ਜਾਂ ਉਸ ਸੱਚਾਈ ਨੂੰ ਐਕਸੈਪਟ ਕਰੀਏ। ਇਹ ਸਾਡੀ ਜ਼ਿੰਦਗੀ ਦਾ ਹਿੱਸਾ ਹੈ, ਨਾਇਨਸਾਫੀ ਦੇ ਖਿਲਾਫ ਆਵਾਜ਼ ਚੁੱਕਣਾ। ਮੈਂ ਸਿਰਫ ਉਹ ਕੀਤਾ ਹੈ ਜੋ ਜ਼ਿੰਦਗੀ ਦੇ ਵਿੱਚ ਮੈਂ ਸਮਝਦਾ ਸਾਡੇ ਗੁਰੂਆਂ ਨੇ ਸਾਨੂੰ ਰਾਹ ਦਿੱਤਾ ਸੀ। ਮੈਂ ਆਪਣੇ ਵੱਲੋਂ ਉਸ ਰਾਹ 'ਤੇ ਚੱਲਣ ਦੀ ਕੋਸ਼ਿਸ਼ ਕੀਤੀ ਹੈ। ਜੇ ਦਰਸ਼ਕਾਂ ਨੂੰ ਤੁਹਾਡੇ ਲੱਗਦਾ ਹੈ ਕਿ ਮੈਂ ਅੱਜ ਕੋਈ ਮੁਕਾਮ ਹਾਸਿਲ ਕਰ ਰਿਹਾ, ਤਾਂ ਪਲੀਜ਼ ਮੈਂ ਗੱਲ ਕਲੈਰੀਫਾਈ ਕਰਨਾ ਚਾਹੁੰਦਾ। ਮੈਂ ਹਰ ਕੇਸ ਦੇ ਵਿੱਚ ਮਿਹਨਤ ਕਰਦਾ। ਇਹ ਤੁਹਾਡੀਆਂ ਦੁਆਵਾਂ ਨੇ, ਤੁਹਾਡੀਆਂ ਅਰਦਾਸਾਂ ਨੇ, ਤੁਹਾਡੀ ਇੱਕ ਸਪੋਰਟ ਹੈ ਮੈਨੂੰ, ਜਿਹੜੀ ਰੱਬ ਵੱਲੋਂ ਮੈਨੂੰ ਮੈਂ ਕਹਾਂਗਾ ਇੱਕ ਅਸੀਸ ਮਿਲੀ ਹੈ, ਜਿਸ ਕਰਕੇ ਇੰਨੀ ਕਾਮਯਾਬੀ ਇਹਨਾਂ ਕੇਸਿਸ ਦੇ ਵਿੱਚ ਮਿਲੀ ਹੈ। ਦਲੇਰੀ ਹਰ ਇਨਸਾਨ ਦੇ ਵਿੱਚ ਹੁੰਦੀ ਹੈ। ਕੋਈ ਇਹਨੂੰ ਦਿਖਾ ਦਿੰਦਾ ਹੈ, ਕੋਈ ਦਲੇਰੀ ਦਿਖਾਉਣ ਦੀ ਜਗ੍ਹਾ ਡਰ ਪਸੰਦ ਕਰਦਾ। ਪਰ ਜਿੰਨੇ ਵੀ ਸਿੱਖ ਹੈ, ਸਾਨੂੰ ਗੁਰੂ ਸਾਹਿਬ ਨੇ ਨਿਡਰ ਹੋ ਕੇ ਜਿਉਣ ਲਈ ਕਿਹਾ ਹੈ। ਤਾਂ ਹੀ ਗੁਰੂ ਸਾਹਿਬ ਨੇ ਕਿਹਾ ਸੀ, ਜੇ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੋਰੀ ਆਓ, ਇਸ ਮਾਰਗ ਪੈਰ ਧਰੀ ਚੇ, ਸਿਰ ਦੀ ਚੇ ਕਾਣ ਲੱਗੀ। ਬਿਲਕੁਲ। ਸੋ ਸਾਡਾ ਤਾਂ ਰਾਹ ਹੀ ਉਹ ਹੈ। ਸੋ ਡਰਨਾ, ਸ਼ਹਾਦਤ ਇੱਕ ਸਿੱਖ ਬਣ ਕੇ ਜ਼ਿੰਦਗੀ ਜਿਉਣ ਦਾ ਰਸਤਾ ਹੈ। ਸੱਚਾਈ ਲਈ ਆਪਣੀ ਜ਼ਿੰਦਗੀ ਕੁਰਬਾਨ ਕਰਨਾ ਇੱਕ ਉਹਦਾ ਹਿੱਸਾ ਹੈ। ਸੋ ਮੈਨੂੰ ਉਸ ਚੀਜ਼ ਦੇ ਵਿੱਚ ਕੋਈ ਵੱਡੀ ਗੱਲ ਨਹੀਂ ਲੱਗਦੀ ਕਿ ਇਹੋ ਜਿਹਿਆਂ ਦੇ ਨਾਲ ਟੱਕਰ ਲਈ। ਮੈਂ ਤਾਂ ਸੈਣੀ ਦੇ ਖਿਲਾਫ ਉਦੋਂ ਵੀ ਲੜਦਾ ਰਿਹਾ ਜਦੋਂ ਇਹ ਪਾਵਰ ਦੀ ਪੀਕ 'ਤੇ ਸੀ। ਹੁਣ ਤਾਂ ਫਿਰ ਵੀ ਇੱਕ ਰਿਟਾਇਰਡ ਆਫਿਸਰ ਹੈ। ਉਮਰਾ ਨੰਗਲ ਸਰਵਿੰਗ ਹੈ। ਮੈਂ ਉਹਦੇ ਖਿਲਾਫ ਇਨਕਾਊਂਟਰ ਉਸ ਵੇਲੇ ਖੁਲਵਾਇਆ ਜਦੋਂ ਇਹਨੂੰ ਪੂਰੀ ਪ੍ਰੋਟੈਕਸ਼ਨ ਸੀ। ਸੁਮੇਧ ਸਿੰਘ ਸੈਣੀ DG ਸੀ, ਇਹ ਪ੍ਰਾਈਮ ਪੋਸਟਿੰਗ 'ਤੇ ਬੈਠਾ ਸੀ। ਮੈਂ ਇਸ ਕਰਕੇ ਇਹੋ ਜਿਹਾ ਤੋਂ ਕੀ ਡਰਨਾ। ਸਰ, ਇਹ ਜਿਹੜੀ ਜੁੰਡਲੀ ਹੈ ਜਿਨ੍ਹਾਂ ਦੇ ਖਿਲਾਫ ਤੁਸੀਂ ਲੜ ਰਹੇ ਹੋ ਇਸ ਵਕਤ, ਕਾਨੂੰਨ ਦੀ ਜਿਹੜੀ ਲੜਾਈ ਹੈ ਔਰ ਪੈਰਵੀ ਕਰ ਰਹੇ ਹੋ ਉਹਨਾਂ ਸਿੱਖ ਪਰਿਵਾਰਾਂ ਦੀ, ਉਹਨਾਂ ਪਰਿਵਾਰਾਂ ਦੀ ਜਿਨ੍ਹਾਂ ਦੇ ਨਾਲ ਜ਼ੁਲਮ ਹੋਇਆ, ਬੜਾ ਜ਼ੁਲਮ ਕਹਿਰ ਢਾਇਆ। ਸਰ, ਇਹ ਜਿਹੜੀ ਜੁੰਡਲੀ ਹੈ ਇਹਦੇ ਸਹਿਯੋਗੀ ਹੋਰ ਕੌਣ ਕੌਣ? ਵੇਖੋ ਜੀ, ਬੜੀ ਸਿੰਪਲ ਜੀ, ਮੈਂ ਇੱਕ ਐਗਜ਼ਾਮਪਲ ਦਿੰਦਾ। ਤੁਸੀਂ ਵੇਖੋਗੇ ਸੁਮੇਧ ਸੈਣੀ ਨੇ ਹਰ ਜਗ੍ਹਾ, ਇੱਕ ਆਫਿਸਰ ਹਮੇਸ਼ਾ ਆਪਣੀ ਟੀਮ ਤਿਆਰ ਕਰਦਾ ਹੈ। ਜਿੱਥੇ ਉਹਨੇ ਉਹੋ ਜਿਹੇ ਜਦੋਂ ਕੰਮ ਕਰਨੇ ਹੈ, ਉਹਨੇ ਉਸ ਟੀਮ ਨੂੰ ਹਰ ਜਗ੍ਹਾ ਯੂਜ਼ ਕਰਨਾ ਹੈ। ਤੁਸੀਂ ਜਨਰਲੀ ਮੇਰੀ ਕੋਈ ਇੰਟਰਵਿਊ ਦੇਖੋਗੇ ਤੇ ਮੈਂ ਸੈਣੀ ਨੂੰ ਸਿੱਖਾਂ ਦਾ ਕਾਤਿਲ ਨਹੀਂ ਕਿਹਾ। ਮੈਂ ਉਹਨੂੰ ਇੱਕ ਹੈਵਾਨ ਰੈਫਰ ਕੀਤਾ, ਇੱਕ ਬੁਜ਼ਦਿਲ ਇਨਸਾਨ ਰੈਫਰ ਕੀਤਾ, ਬੁਜ਼ਦਿਲ ਅਫਸਰ ਕਿਹਾ, ਕਿਉਂਕਿ ਉਹਦੀਆਂ ਹਰਕਤਾਂ ਕੋਈ ਦਲੇਰ ਅਫਸਰ ਦੀਆਂ ਨਹੀਂ ਹੈ। ਉਹਨੇ ਇਨਸਾਫ ਦੇ ਲਈ ਆਪਣੀ ਜਾਨ ਕੁਰਬਾਨ ਕਰਨ ਦੀ ਜਗ੍ਹਾ ਝੂਠੇ ਮੁਕਾਬਲੇ ਬਣਾਏ। ਔਰ ਕਿਉਂ ਮੈਂ ਕਹਿਣਾ ਕਿ ਇੱਕ ਅਫਸਰ ਨੂੰ ਧਰਮ ਦੇ ਰਾਹ 'ਤੇ ਨਹੀਂ ਚੱਲਣਾ ਹੁੰਦਾ। ਬਹੁਤ ਲੋਕੀ ਮੈਨੂੰ ਸਵਾਲ ਪੁੱਛ ਲੈਂਦੇ ਆ ਕਿ ਜੀ ਸੁਮੇਧ ਸੈਣੀ ਨੇ ਬਹੁਤ ਸਾਰੇ ਸਿੱਖ ਪਰਿਵਾਰ ਮਾਰੇ। ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹਿਣਾ ਕਿ ਜੀ ਹਿੰਦੂ ਜਾਂ ਸਿੱਖ ਦੀ ਗੱਲ ਨਹੀਂ ਹੈ। ਇਹ ਜਿਹੜੇ CBI ਦਾ ਕੇਸ ਫੇਸ ਕਰ ਰਿਹਾ ਸੁਮੇਧ ਸੈਣੀ, ਪ੍ਰੋਸੀਕਿਊਟ ਕਰ ਰਹੀ ਹੈ CBI ਨੂੰ, ਉਹ ਕੇਸ ਇੱਕ ਇਨੋਸੈਂਟ ਹਿੰਦੂ ਫੈਮਿਲੀ ਨੂੰ ਮਾਰਨ ਲਈ ਹੈ। ਗੱਲ ਇਹ ਹੈ ਕਿ ਸੁਮੇਧ ਸੈਣੀ ਨੇ ਇਨੋਸੈਂਟ ਲੋਕ ਮਾਰੇ ਹੈ,
ਕਿ ਜਿਹੜੇ ਮੈਂ ਕਹਾਂਗਾ ਕੋਈ ਗਿਲਟੀ ਸੀਗੇ ਉਹਨਾਂ ਨੂੰ ਮਾਰਿਆ ਹੈ। ਔਰ ਜੇ ਗਿਲਟੀ ਕਿਸੇ ਇਨਸਾਨ ਨੂੰ ਮਾਰ ਵੀ ਦਿੱਤਾ ਇਹਨੇ ਤੇ ਉਹ ਕਿਸ ਕੈਪੈਸਿਟੀ 'ਚ ਇਹਨੇ ਮਾਰਿਆ? ਉਹ ਅਦਾਲਤ ਦਾ ਕੰਮ ਸੀ ਉਹਨਾਂ ਨੂੰ ਸਜ਼ਾ ਦੇਣਾ, ਨਾ ਕਿ ਸੁਮੇਧ ਸੈਣੀ ਦਾ। ਹੁਣ ਜਿਹੜੀ ਸੁਮੇਧ ਸੈਣੀ ਨੇ ਨਾ ਕੰਮਾਂ ਨੂੰ ਅੰਜਾਮ ਦਿੱਤਾ, ਉਹਦੇ ਲਈ ਉਹਦੀ ਇੱਕ ਟੀਮ ਸੀ। ਤੁਸੀਂ ਵੇਖੋਗੇ ਸੁਮੇਧ ਸੈਣੀ ਦੇ ਨਾਲ ਦਿੱਲੀ ਇੱਕ ਟ੍ਰਾਇਲ ਫੇਸ ਕਰ ਰਿਹਾ ਆਫਿਸਰ ਪਰਮਜੀਤ ਸਿੰਘ ਪੰਨੂ। ਹੁਣ ਇਹ ਪਰਮਜੀਤ ਸਿੰਘ ਪੰਨੂ ਉਹੀ ਅਫਸਰ ਹੈ ਜਿਹੜਾ ਦਿੱਲੀ ਸੈਣੀ ਨਾਲ ਸੈਣੀ ਮੋਟਰਸ ਕੇਸ ਦੇ ਵਿੱਚ ਟ੍ਰਾਇਲ ਫੇਸ ਕਰ ਰਿਹਾ, CBI ਵੱਲੋਂ ਪ੍ਰੋਸੀਕਿਊਟ ਹੋ ਰਿਹਾ। ਔਰ ਬਰਗਾੜੀ ਬਹਿਬਲ ਕਲਾਂ ਦੇ ਵਿੱਚ ਜਦੋਂ ਉਮਰਾਨ ਅੰਗਲ ਨੂੰ ਲੁਧਿਆਣਾ ਤੋਂ ਭੇਜਿਆ ਜਾਂਦਾ ਹੈ ਤੇ ਪਰਮਜੀਤ ਪੰਨੂ ਉਹਦੇ ਨਾਲ ਭੇਜਿਆ ਜਾਂਦਾ ਹੈ। ਮੈਂ ਹਰ ਜਗ੍ਹਾ ਤੁਹਾਨੂੰ ਇੱਕ ਲਿੰਕ ਵਿਦ ਐਵੀਡੈਂਸ ਦੇ ਰਿਹਾ। ਬਿਲਕੁਲ। ਜਦੋਂ CBI ਕੋਲ ਆ ਕੇਸ ਟ੍ਰਾਂਸਫਰ ਹੋਇਆ ਸੈਣੀ ਮੋਟਰਸ ਵਾਲਾ, ਇਹਨਾਂ ਦੇ ਫਾਈਨੈਂਸਰਸ ਜਿਹੜੇ ਮਾਰੇ ਸੀ ਸੈਣੀ ਮੋਟਰਸ ਦੇ ਸੁਮੇਧ ਸੈਣੀ ਨੇ, ਜਸਟਿਸ ਝਾਂਜੀ ਸੀਗੇ ਜਿਹੜੇ ਹਾਈ ਕੋਰਟ ਦੇ ਜੱਜ, ਜਿਨ੍ਹਾਂ ਨੂੰ ਸੁਮੇਧ ਸੈਣੀ ਜਿਨ੍ਹਾਂ ਨੂੰ ਧਮਕੀਆਂ ਦਵਾਈਆਂ ਸੁਮੇਧ ਸੈਣੀ ਨੇ। ਅੱਛਾ। ਔਨ ਰਿਕਾਰਡ ਹੈ, ਜਜਮੈਂਟ ਦੇ ਵਿੱਚ ਉਹਨਾਂ ਨੇ ਲਿਖਿਆ। ਹੁਣ ਉਸ ਜਜਮੈਂਟ ਦੇ ਵਿੱਚ ਉਹਨਾਂ ਨੇ ਬੜੀ ਕਲੀਅਰਲੀ ਕਿਹਾ ਹੈ ਕਿਸ ਤਰ੍ਹਾਂ ਨਿਹੰਗ ਅਜੀਤ ਸਿੰਘ ਪੁੱਲੇ ਨੇ ਆ ਕੇ ਕੋਰਟ ਸਾਰੀ ਭਰਤੀ, ਉਹਨਾਂ ਨੂੰ ਇੰਟੀਮੀਡੇਟ ਕੀਤਾ। ਹੁਣ ਨਿਹੰਗ ਅਜੀਤ ਸਿੰਘ ਪੁੱਲੇ ਦੇ ਜੇ ਤੁਸੀਂ ਦੇਖੋਗੇ ਉਹਦੇ ਫਾਦਰ ਦੀ ਜਦੋਂ ਓਬਿਚਰੀ ਕਾਲਮ ਅਖਬਾਰ ਦੇ ਵਿੱਚ ਆਉਂਦਾ ਹੈ ਕਿ ਫਾਦਰ ਦੀ ਡੈਥ ਹੋਈ ਹੈ, ਉਹਦੇ ਵਿੱਚ ਸੁਮੇਧ ਸੈਣੀ ਤੇ ਸੁਰੇਸ਼ ਅਰੋੜਾ ਦਾ ਨਾਮ ਲਿਖਿਆ ਗਿਆ ਗ੍ਰੀਫ ਸਟ੍ਰਿਕਨ ਦੇ ਵਿੱਚ। ਦਸਤਾਰਬੰਦੀ ਪੁੱਲੇ ਦੇ ਫਾਦਰ ਦੀ ਡੈਥ ਦੇ ਉੱਤੇ ਭੋਗ ਜਦੋਂ ਇਹਨਾਂ ਨੇ ਪਾਇਆ, ਉਸ ਤੋਂ ਬਾਅਦ ਦਸਤਾਰਬੰਦੀ ਜਦੋਂ ਹੋਈ ਹੈ ਉਦੋਂ ਸੁਮੇਧ ਸੈਣੀ ਦੀ ਦਸਤਾਰਬੰਦੀ ਹੋਈ ਹੈ। ਮੈਨੂੰ ਦੱਸੋ ਦਸਤਾਰਬੰਦੀ ਦਾ ਮਤਲਬ ਕੀ ਹੁੰਦਾ? ਸਭ ਤੋਂ ਵੱਡੇ ਬੇਟੇ ਦੀ ਹੁੰਦੀ ਹੈ ਦਸਤਾਰਬੰਦੀ। ਬਿਲਕੁਲ। ਇਹਦਾ ਮਤਲਬ ਸੁਮੇਧ ਸੈਣੀ ਪੁੱਲੇ ਦਾ ਵੱਡਾ ਭਰਾ ਮੰਨਦਾ ਸੀ ਆਪਣੇ ਆਪ ਨੂੰ। ਪਰ ਇਹ ਅਖਬਾਰ ਚਾਹੀਏ, ਫੋਟੋਗ੍ਰਾਫ ਹੈ ਬਕਾਇਦਾ, ਸੀ ਕੋਰਟ ਦੇ ਵਿੱਚ ਵੀ ਪ੍ਰੋਡਿਊਸ ਕੀਤੀ ਹੈ। ਹੁਣ ਸੈਣੀ ਦਾ ਨਿਹੰਗ ਅਜੀਤ ਸਿੰਘ ਪੁੱਲੇ ਨਾਲ ਲਿੰਕ ਦੇਖ ਰਹੇ ਹੋ ਤੁਸੀਂ, ਕਿੰਨਾ ਗੂੜਾ ਲਿੰਕ ਹੈ। ਉਹੀ ਨਿਹੰਗ ਅਜੀਤ ਸਿੰਘ ਪੁੱਲੇ ਦੇ ਨਾਲ ਹੋਰ ਲਿੰਕ ਕੀਤਾ ਸੀ ਪਰਮਰਾਜ ਉਮਰਾ ਨੰਗਲ ਦਾ। ਉਹੀ ਪਰਮਰਾਜ ਉਮਰਾ ਨੰਗਲ ਦੇ ਫੇਕ ਐਨਕਾਊਂਟਰ ਨੂੰ ਹਾਈਲਾਈਟ ਕੀਤਾ ਤੇ ਸੁਮੇਧ ਸੈਣੀ ਨੇ ਐਸ DGP ਉਸ ਚੀਜ਼ ਨੂੰ ਸਪਰੈਸ ਕੀਤਾ। ਹੁਣ ਉਸੇ ਸੁਮੇਧ ਸੈਣੀ ਨੇ ਬਰਗਾੜੀ ਬਹਿਬਲ ਕਲਾਂ ਦੇ ਲਈ ਕਿਹਨੂੰ ਭੇਜਿਆ? ਪਰਮਰਾਜ ਸਿੰਘ ਉਮਰਾ ਨੰਗਲ ਨੂੰ। ਪਰਮਰਾਜ ਸਿੰਘ ਉਮਰਾ ਨੰਗਲ ਦਾ ਡਰੱਗ ਕੇਸ ਦੇ ਵਿੱਚ ਨਾਂ ਆ ਗਿਆ। ਡਰੱਗ ਕੇਸ ਦੇ ਵਿੱਚ ਉਹਦੇ ਖਿਲਾਫ ਇਨਕੁਆਇਰੀ ਨਹੀਂ ਹੋਈ, ਕੋਈ ਇਨਵੈਸਟੀਗੇਸ਼ਨ ਨਹੀਂ ਹੋਈ। ਹੁਣ ਜੇ ਆਪਾਂ ਥੋੜਾ ਜਿਹਾ ਹੋਰ ਅੱਗੇ ਵਧੀਏ ਤੇ ਉਮਰਾ ਨੰਗਲ ਦੇ ਖਿਲਾਫ ਜਿੰਨੇ ਵੀ ਐਲੀਗੇਸ਼ਨਸ ਲੱਗੇ ਇਨਕਲੂਡਿੰਗ ਫੇਕ ਐਨਕਾਊਂਟਰ ਦੇ, ਉਹ ਕਿਉਂ ਦੱਬੇ ਗਏ? ਕਿਉਂਕਿ ਸੁਮੇਧ ਸੈਣੀ ਨੇ ਅਗੇਨ ਇੱਕ ਆਪਣੇ ਚਹੇਤੇ ਆਫਿਸਰਸ ਦੀ ਟੀਮ ਲਈ ਬਲਕਾਰ ਸਿੰਘ ਸਿੱਧੂ, ਉਹਨੂੰ ਤੇ RK ਜੈਸਵਾਲ ਨੂੰ ਬਿਠਾ ਕੇ ਇੱਕ ਇਨਕੁਆਇਰੀ ਕਰਵਾ ਕੇ ਉਮਰਾ ਨੰਗਲ ਨੂੰ ਐਗਜ਼ੋਨਰੇਟ ਕਰਵਾਤਾ ਕਿ ਜੀ ਇਹਨਾਂ ਦੇ ਵਿੱਚ ਕੋਈ ਲਿੰਕ ਹੀ ਨਹੀਂ ਹੈ ਆਪਸ ਦੇ ਵਿੱਚ। ਉਹ ਸਰ ਜੀ ਕੌਣ ਬੰਦ ਕਰੇ ਬੈਠੇ ਤਾਂ ਉਹ ਚੀਜ਼ ਇਹਨਾਂ ਨੇ ਉੱਥੇ ਕਰਤੀ। ਹੁਣ ਉਮਰਾ ਨੰਗਲ ਦਾ ਜਿੱਥੇ ਤੱਕ ਜੇ ਆਪਾਂ ਦੇਖੀਏ, ਉਮਰਾ ਨੰਗਲ ਦਾ ਉਹ ਲਿੰਕ ਬਾਹਰ ਆ ਗਿਆ ਕਿ ਉਮਰਾ ਨੰਗਲ ਨੇ ਕਿਸ ਤਰ੍ਹਾਂ ਇੱਕ ਇਨੋਸੈਂਟ ਪਾਠੀ ਮਾਰਿਆ, ਉਹ ਔਰ ਇਨੋਸੈਂਟ ਕਿਸੇ ਹੋਰ ਬੰਦੇ ਦੇ ਉੱਤੇ, ਉਹ ਮਤਲਬ ਇੱਕ ਇਨੋਸੈਂਟ ਪਾਠੀ ਨੂੰ ਮਾਰ ਕੇ ਆਈਡੈਂਟੀਟੀ ਇੱਕ ਟੈਰਰਿਸਟ ਦੀ ਉਹਦੇ ਤੇ ਪਲਾਂਟ ਕਰਤੀ। ਔਰ ਸੁਮੇਧ ਸੈਣੀ ਨੇ ਉਹ ਫੇਕ ਐਨਕਾਊਂਟਰ ਕਵਰ ਅਪ ਕਰਵਾਇਆ। ਸਰ ਉਹ ਜਿਹੜਾ ਪਾਠੀ ਮੈਂ ਉਹਦੇ ਤੇ ਆਉਣਾ। ਹੁਣ ਉਹੀ ਬਲਕਾਰ ਸਿੱਧੂ ਸੁਮੇਧ ਸੈਣੀ ਦਾ ਸੱਜਾ ਹੱਥ ਸੀ ਸਾਰਾ ਟਾਈਮ ਵਿਜੀਲੈਂਸ ਦੇ ਵਿੱਚ। ਤੁਸੀਂ ਲਿੰਕ ਵੇਖ ਰਹੇ ਹੋ। ਬਿਲਕੁਲ। ਇਸ ਤੋਂ ਜ਼ਿਆਦਾ ਅਸੀਂ ਹੋਰ ਕੀ ਗੂੜਾ ਲਿੰਕ ਚਾਹੁੰਦੇ ਹਾਂ ਐਸਟੈਬਲਿਸ਼ ਕਰਨ ਦੇ ਲਈ। ਅੱਛਾ, ਉਸ ਤੋਂ ਬਾਅਦ ਸੁਮੇਧ ਸੈਣੀ ਦਾ ਇੱਕ ਹੋਰ ਬੜਾ ਕਰੀਬੀ ਅਫਸਰ ਸੀ ਸ਼ਰਮਾ, ਜਿਹੜਾ ਵਿਜੀਲੈਂਸ ਦੇ ਵਿੱਚ SSP ਸੀ। ਉਹਦੇ ਬੇਟੇ ਨੂੰ ਡਿਕੋਇਟੀ ਕੇਸ ਦੇ ਵਿੱਚ ਕਨਵਿਕਸ਼ਨ ਹੋਈ। ਸੋ ਜਿੱਥੇ ਵੀ ਤੁਸੀਂ ਇਹ ਚੀਜ਼ਾਂ ਦੇਖੋਗੇ, ਸ਼ਿਵ ਕੁਮਾਰ ਸ਼ਰਮਾ ਦੀ ਮੈਂ ਮਤਲਬ ਗੱਲ ਕਰ ਰਿਹਾ, ਇਹਨਾਂ ਸਾਰਿਆਂ ਦੀ ਤੁਸੀਂ ਇੱਕ ਬੜੀ ਇੰਟਰਸਟਿੰਗ ਚੀਜ਼ ਦੇਖੋਗੇ ਕਿ ਇਹ ਸਾਰੇ ਬੰਦੇ ਕਿਤੇ ਨਾ ਕਿਤੇ ਕ੍ਰਿਮੀਨਲ ਬੈਕਗ੍ਰਾਉਂਡ, ਕ੍ਰਿਮੀਨਲ ਰਿਕਾਰਡ ਰੱਖਦੇ ਸੀ। ਬਿਲਕੁਲ। ਔਰ ਇਹਨਾਂ ਬੰਦਿਆਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਸੁਮੇਧ ਸਿੰਘ ਸੈਣੀ ਨੇ ਇੱਕ ਬਲੈਂਕਟ ਪ੍ਰੋਟੈਕਸ਼ਨ ਦਿੱਤੀ, ਜਿਸ ਪ੍ਰੋਟੈਕਸ਼ਨ ਦੇ ਕਾਰਨ ਸੁਮੇਧ ਸਿੰਘ ਸੈਣੀ ਦੇ ਖਿਲਾਫ ਕੋਈ ਵੀ ਬੰਦਾ ਆਵਾਜ਼ ਚੁੱਕਦਾ ਸੀ ਤੇ ਉਹਨੂੰ ਐਲੀਮੀਨੇਟ ਕਰਨਾ ਵੀ ਸੌਖਾ ਹੁੰਦਾ ਸੀ, ਉਹਨਾਂ ਨੂੰ ਝੂਠੇ ਕੇਸਾਂ 'ਚ ਫਸਾਉਣਾ ਵੀ ਸੌਖਾ ਹੁੰਦਾ ਸੀ। ਔਰ ਇਹਨਾਂ ਬੰਦਿਆਂ ਤੇ ਜਦੋਂ ਕੋਈ ਐਲੀਗੇਸ਼ਨਸ ਲੱਗੇ, ਸੁਮੇਧ ਸੈਣੀ ਨੇ ਉਹਨਾਂ ਚੀਜ਼ਾਂ ਨੂੰ ਕਵਰ ਅਪ ਕੀਤਾ। ਬਿਲਕੁਲ। ਔਰ ਉਹ ਕ੍ਰਿਮੀਨਲਸ ਇਨ ਯੂਨੀਫਾਰਮ ਦੀ ਇੱਕ ਟੋਲੀ ਬਣਾ ਕੇ ਸੁਮੇਧ ਸੈਣੀ ਚੱਲਦਾ ਰਿਹਾ। A ਤੇ ਐਲੀਗੇਸ਼ਨ ਲੱਗੂਗਾ ਤੇ B ਆਫਿਸਰ ਉਹਨੂੰ ਬਚਾਊਗਾ, B ਤੇ ਐਲੀਗੇਸ਼ਨ ਲੱਗੂਗਾ ਤੇ A ਆਫਿਸਰ ਉਹਨੂੰ ਬਚਾਊਗਾ। ਸੁਮੇਧ ਸੈਣੀ ਆਰਡਰ ਕਰਕੇ ਦੋਵਾਂ ਨੂੰ ਬਚਾ ਦਿੰਦਾ ਸੀ। ਹੁਣ ਇਹ ਸਾਰੇ ਆਫਿਸਰਸ ਦਾ ਨਾਂ ਤੁਸੀਂ ਵੇਖੋਗੇ ਅਮਨ ਸਕੋਡਾ ਕੇਸ ਦੇ ਵਿੱਚ ਵੀ ਆਉਂਦਾ ਹੈ, ਜਿਹਦੀ ਅੱਜ ਤੱਕ ਤਫਤੀਸ਼ ਨਹੀਂ ਹੋਈ। ਅਮਨ ਸਕੋਡਾ ਉਹ ਬੰਦਾ ਸੀ ਜਿਹਨੇ ਉਸ ਵੇਲੇ DG ਆਫਿਸ ਰਨ ਕੀਤਾ ਜਦੋਂ ਸੁਮੇਧ ਸੈਣੀ DGP ਸੀ, ਉਹ ਅੱਜ ਤੱਕ ਨਹੀਂ ਖੁੱਲਿਆ। ਫਿਰ ਸੁਮੇਧ ਸੈਣੀ ਦਾ ਇੱਕ ਹੋਰ ਬੜਾ ਕਰੀਬੀ ਬੰਦਾ ਕੌਣ ਸੀ?
ਉਹ ਸੀ ਨਿਮਰਤਦੀਪ ਨਾਂ ਦਾ ਇੱਕ ਮਤਲਬ PWD 'ਚ ਕੰਮ ਕਰ ਰਿਹਾ XCM। ਹੁਣ ਨਿਮਰਤਦੀਪ ਨੇ ਸੁਮੇਧ ਸਿੰਘ ਸੈਣੀ ਨੂੰ ਦੀ ਹੈਲਪ ਕਰਨ ਦੇ ਲਈ ਸੁਮੇਧ ਸਿੰਘ ਸੈਣੀ ਨੂੰ ਇੱਕ ਕੰਪਲੇਂਟ ਦਿੱਤੀ ਕਿ ਜੀ ਜੁਡੀਸ਼ਰੀ ਦੇ ਵਿੱਚ ਬੜੀ ਕਰਪਸ਼ਨ ਹੋ ਰਹੀ ਹੈ। ਹੁਣ ਮੈਨੂੰ ਦੱਸੋ ਵਿਜੀਲੈਂਸ ਚੀਫ ਪੰਜਾਬ ਦਾ ਉਹਦਾ ਜੁਡੀਸ਼ੀਅਲ ਕਰਪਸ਼ਨ ਦੇ ਨਾਲ ਕੀ ਲੈਣਾ ਦੇਣਾ? ਬਿਲਕੁਲ। ਫੋਨ ਟੈਪਿੰਗ ਇਲੀਗਲ ਉੱਠੀ। ਉਹ ਚੀਜ਼ ਦੇ ਵਿੱਚ ਫਾਈਨਲੀ ਜਸਟਿਸ ਤੀਰਥ ਸਿੰਘ ਠਾਕੁਰ ਜਿਹੜੇ ਚੀਫ ਜਸਟਿਸ ਸੀ, ਬਾਅਦ ਵਿੱਚ ਚੀਫ ਜਸਟਿਸ ਆਫ ਇੰਡੀਆ ਬਣੇ, ਉਹਨਾਂ ਨੇ ਵੀ ਇੰਡਾਈਟ ਕੀਤਾ ਕਿ ਆ ਇੱਕ ਇਲੀਗਲ ਚੀਜ਼ਾਂ ਹੋਈਆਂ ਜਿਹੜੀਆਂ ਸੁਮੇਧ ਸਿੰਘ ਸੈਣੀ ਨੇ ਕੀਤੀਆਂ। ਉਸ ਜੱਜ ਦੇ ਖਿਲਾਫ ਜਿਹੜੇ ਜੱਜ ਸਾਹਿਬ ਨੇ ਉਹ ਕੇਸ CBI ਨੂੰ ਟ੍ਰਾਂਸਫਰ ਕੀਤਾ। ਹੁਣ ਉਹ ਨਿਮਰਤਦੀਪ ਦੀ ਕੋਠੀ ਦੇ ਵਿੱਚ ਸੁਮੇਧ ਸਿੰਘ ਸੈਣੀ ਰਿਟਾਇਰਮੈਂਟ ਤੋਂ ਬਾਅਦ ਰਹਿ ਰਿਹਾ। ਅੱਛਾ। ਜਿਹਦੇ ਵਿੱਚ ਉਹਦੀ ਕਰਪਸ਼ਨ ਸੈਣੀ ਦੀ ਬਾਹਰ ਆ ਰਹੀ ਹੈ। ਹੁਣ ਮੈਨੂੰ ਦੱਸੋ ਇਹੋ ਜੀ ਟੀਮ ਹੈ ਸੈਣੀ ਦੀ, ਇਹਦੇ ਅਫਸਰ ਹੈ। ਸਰ ਹੋਰ ਇਹਨਾਂ ਤੋਂ ਇਲਾਵਾ ਕੋਈ ਹੋਰ ਨਾਮ ਜਿਹੜੇ ਇਹਦੇ ਬੜੇ ਸਹਿਯੋਗੀ ਰਹੇ? ਦੇਖੋ ਇਹ ਤਾਂ ਔਨ ਰਿਕਾਰਡ ਆ ਗਏ। ਮੈਂ ਗੱਲ ਉਹ ਕਰਦਾ ਜਿਹੜੀ ਮੈਂ ਔਨ ਰਿਕਾਰਡ ਸਾਹਮਣੇ ਚੀਜ਼ਾਂ ਲਿਆਤੀਆਂ। ਜਿਹੜੀ ਵੀ ਇਹਦੀ ਟੀਮ ਚੁੱਕੋਗੇ, ਜਿੱਥੇ ਜਿੱਥੇ ਨੇ ਕੰਮ ਕਰਕੇ ਕੁਝ ਬੰਦੇ ਪਾਲ ਲਏ, ਕੁਝ ਬੰਦਿਆਂ ਨੂੰ ਬਿਲਡਅਪ ਕਰਤਾ, ਕਈਆਂ ਨੂੰ ਯੂਜ਼ ਕੀਤਾ ਆਪਣੇ ਆਪ ਨੂੰ ਬਿਲਡਅਪ ਕਰਨ ਲਈ, ਤੁਸੀਂ ਵੇਖੋਗੇ ਬੰਦਿਆਂ ਦੇ ਕ੍ਰਿਮੀਨਲ ਕ੍ਰੈਡੈਂਸ਼ੀਅਲਸ, ਕ੍ਰਿਮੀਨਲ ਐਂਟੀਸੀਡੈਂਟਸ ਬਾਹਰ ਆਏ। ਬਿਲਕੁਲ। ਹੁਣ ਯੂਨਾਈਟਿਡ ਨੇਸ਼ਨਸ ਦੀ ਇੱਕ ਰਿਪੋਰਟ ਹੈ ਜਿਹਦੇ ਵਿੱਚ ਉਹਨਾਂ ਨੇ ਇੰਡਾਈਟ ਕੀਤਾ ਹੈ ਕਿ ਸੁਮੇਧ ਸਿੰਘ ਸੈਣੀ ਵਰਗਾ ਇੰਡੀਆ ਇੱਕ ਇਹੋ ਜਿਹਾ ਦੇਸ਼ ਹੈ ਕਿ ਸੁਮੇਧ ਸਿੰਘ ਸੈਣੀ ਵਰਗੇ ਨੂੰ DGP ਬਣਾਇਆ ਜਾਂਦਾ ਜਿਹੜਾ ਹਿਊਮਨ ਰਾਈਟਸ ਦਾ ਵਾਇਲੇਟਰ ਹੈ। ਹੁਣ ਕਿੰਨੀ ਸੀਰੀਅਸ ਗੱਲ ਹੈ, ਕਿੰਨਾ ਸੀਰੀਅਸ ਐਲੀਗੇਸ਼ਨ ਹੈ। ਬਿਲਕੁਲ। ਇਹ ਇਹੋ ਜਿਹੀ ਟੀਮ ਹੈ ਔਰ ਇਹ ਇੱਥੇ ਮੁੱਕਦੀ ਨਹੀਂ। ਹਰ ਬੰਦੇ ਨੇ, ਹੁਣ ਜੇ ਉਮਰਾ ਨੰਗਲ ਹੈ ਉਹਨੇ ਅੱਗੇ ਆਪਣੇ 3-4 ਰੱਖੇ ਹੋਣੇ, ਉਹਨਾਂ ਦੇ ਚਿੱਠੇ ਨਹੀਂ ਖੁੱਲੇ। ਰਾਤੋਂ ਰਾਤ ਹੋਰ ਉਮਰਾ ਨੰਗਲ ਨੇ ਕਿਵੇਂ ਇੱਕ ਜਣੇ ਨੂੰ, ਇੱਕ ਪਾਠੀ ਨੂੰ ਚੁੱਕ ਕੇ ਮਾਰਤਾ। ਸਰ ਇਹ ਜਿਹੜੀ ਘਟਨਾ ਜੀ, ਇਹ ਪਾਠੀ ਨੂੰ ਚੁੱਕ ਕੇ ਮਾਰਨ ਵਾਲੀ, ਇਹ ਕੀ ਘਟਨਾ ਸਰ? ਇੱਕ 90s ਦੇ ਵਿੱਚ ਵਾਂਟਡ ਟੈਰਰਿਸਟ ਸੀ ਗੁਰਨਾਮ ਸਿੰਘ ਬੰਡਾਲਾ। ਤੇ ਗੁਰਨਾਮ ਸਿੰਘ ਬੰਡਾਲਾ ਦਾ ਇੱਕ ਨਿਊਜ਼ ਆਈ ਕਿ ਗੁਰਨਾਮ ਸਿੰਘ ਬੰਡਾਲਾ ਨੂੰ ਐਨਕਾਊਂਟਰ ਦੇ ਵਿੱਚ ਰੋਪੜ 'ਚ ਮਾਰ ਦਿੱਤਾ ਗਿਆ। ਇੱਕ ਫੈਮਿਲੀ ਫਿਰ ਅੱਗੇ ਆਈ ਜਿਨ੍ਹਾਂ ਨੇ ਕਿਹਾ ਕਿ ਸੁਖਪਾਲ ਸਿੰਘ ਨਾਂ ਦਾ ਉਹਨਾਂ ਦਾ ਫੈਮਿਲੀ ਮੈਂਬਰ ਸੀ ਜਿਹਨੂੰ ਪਰਮਰਾਜ ਉਮਰਾ ਨੰਗਲ ਤੇ ਉਹਦੀ ਟੀਮ ਨੇ ਚੁੱਕ ਕੇ ਮਾਰਤਾ ਐਂਡ ਉਹਦੇ ਉੱਤੇ ਗੁਰਨਾਮ ਸਿੰਘ ਬੰਡਾਲਾ ਦੀ ਆਈਡੈਂਟੀਟੀ ਪਲਾਂਟ ਕਰਤੀ। ਓਹੋ। ਇਹਦੇ ਉੱਤੇ ਸੁਮੇਧ ਸਿੰਘ ਸੈਣੀ ਨੇ SIT ਬਣਾ ਕੇ ਉਹਨੂੰ ਐਗਜ਼ੋਨਰੇਟ ਕਰਵਾਤਾ। ਹੁਣ ਜਦੋਂ ਐਗਜ਼ੋਨਰੇਸ਼ਨ ਹੋ ਗਈ, ਸਾਰਾ ਕੁਝ ਹੋ ਗਿਆ, ਉਸ ਤੋਂ ਬਾਅਦ ਅਸੀਂ ਹਾਈ ਕੋਰਟ ਦੇ ਵਿੱਚ ਸੀਗੇ ਔਰ CBI ਕੋਲ ਇਨਵੈਸਟੀਗੇਸ਼ਨ ਟ੍ਰਾਂਸਫਰ ਨਾ ਹੋਵੇ ਇਸ ਚੀਜ਼ ਤੋਂ ਉਹਨੂੰ ਬਚਾਉਣ ਦੇ ਲਈ ਸੁਮੇਧ ਸਿੰਘ ਸੈਣੀ ਨੇ ਉਹ SIT ਬਣਾਈ ਸੀ ਜਿਹੜੀ ਬਲਕਾਰ ਸਿੱਧੂ ਤੇ RK ਜੈਸਵਾਲ ਸੀ। ਉਹਨਾਂ ਨੇ ਐਗਜ਼ੋਨਰੇਟ ਕੀਤਾ ਪਰ ਬਾਅਦ ਦੇ ਵਿੱਚ ਆਨਰੇਬਲ ਹਾਈ ਕੋਰਟ ਨੇ ਇੱਕ SIT ਬਣਾਈ ਹੈ ਜਿਹੜੀ ਹੁਣ ਇਨਵੈਸਟੀਗੇਟ ਕਰ ਰਹੀ ਹੈ। ਉਹ SIT ਨੇ ਰਿਪੋਰਟ ਦਿੱਤੀ ਹੈ ਕਿ ਸੁਖਪਾਲ ਸਿੰਘ ਦੀ ਅਬਡਕਸ਼ਨ ਮਤਲਬ ਕਿਡਨੈਪਿੰਗ ਐਂਡ ਫੇਕ ਐਨਕਾਊਂਟਰ ਗੁਰਨਾਮ ਬੰਡਾਲਾ ਦਾ ਦੇ ਆਰ ਇੰਟਰਕਨੈਕਟਡ। ਹੁਣ ਇੰਟਰਕਨੈਕਟਡ ਵੇਖੋ, ਬੰਦੇ ਨੂੰ ਤੁਸੀਂ ਕਹਿ ਰਹੇ ਹੋ ਮਾਰਤਾ, 2-3 ਸਾਲਾਂ ਬਾਅਦ ਗੁਰਨਾਮ ਸਿੰਘ ਬੰਡਾਲਾ ਜਿਉਂਦਾ ਨਿਕਲਦਾ ਤੇ ਜੇ ਉਮਰਾ ਨੰਗਲ ਇੰਨਾ ਕਲੀਨ ਸੀ ਤੇ ਉਹਨੂੰ ਕਹਿਣਾ ਚਾਹੀਦਾ ਸੀ ਕਿ ਜੀ ਮੈਂ ਕਿਹਨੂੰ ਮਾਰਿਆ, ਇਹਦੀ ਤਫਤੀਸ਼ ਕਿਉਂ ਨਾ ਹੋਵੇ, ਇਹ ਡਿਗ ਆਊਟ ਕੀਤਾ ਜਾਵੇ ਕਿ ਮੈਂ ਕਿਹਨੂੰ ਮਾਰਿਆ, ਪਰ ਨਹੀਂ, ਕੁਝ ਨਹੀਂ ਹੋਇਆ। ਉਮਰਾ ਨੰਗਲ ਦਾ ਡਰੱਗ ਕੇਸ ਦੇ ਵਿੱਚ ਨਾ ਆ ਗਿਆ, ਐਨਫੋਰਸਮੈਂਟ ਡਾਇਰੈਕਟੋਰੇਟ ਰਾਜਾ ਕੰਡੋਲਾ ਦੇ ਨਾਲ ਉਹਦੇ ਲਿੰਕਸ ਦੀ ਡਿਟੇਲ ਡਿਗ ਆਊਟ ਕਰ ਰਹੀ ਹੈ ਤਾਂ ਵੀ ਇਹਨਾਂ ਨੇ ਕੁਝ ਨਹੀਂ ਕੀਤਾ। ਸੋ ਆ ਰਿਐਲਿਟੀ ਹੈ। ਸਰ ਮੁਲਤਾਨੀ ਕੇਸ ਜਿਹੜਾ ਤੁਸੀਂ ਉਹਦੀ ਪੈਰਵਾਈ ਕਰ ਰਹੇ ਹੋ, ਉਹ ਸਾਰਾ ਕੇਸ ਹੈ ਕੀ ਸਰ? ਉਹ ਮਰਡਰ ਹੋਇਆ ਕਿਵੇਂ, ਉਹਨੂੰ ਮਾਰਿਆ ਕਿੱਦਾਂ ਗਿਆ ਮੁਲਤਾਨੀ ਨੂੰ, ਬਲਵੰਤ ਸਿੰਘ ਮੁਲਤਾਨੀ? ਦੇਖੋ ਪਹਿਲਾਂ ਇਹ ਵੇਖੀਏ ਆਪਾਂ ਕਿ ਕੇਸ ਸ਼ੁਰੂ ਕਿਵੇਂ ਹੋਇਆ। ਹਾਂਜੀ ਸਰ। ਜਦੋਂ ਸੁਮੇਧ ਸੈਣੀ ਦੇ ਉੱਤੇ ਬਲਾਸਟ ਹੋਇਆ ਸੀ ਉਹਦੀ ਤਫਤੀਸ਼ ਦੇ ਵਿੱਚ ਇਹਨੇ ਬਹੁਤ ਸਾਰੇ ਲੋਕਾਂ ਨੂੰ ਝੂਠਾ ਇੰਪਲੀਕੇਟ ਕਰਤਾ। ਟ੍ਰਾਇਲ ਕੋਰਟ ਨੇ ਬਰੀ ਕਰਤੇ ਕਈ ਜਿਹੜੇ ਅਕਿਊਜ਼ ਸੀ ਉਹਦੇ ਵਿੱਚ। ਕੁਝ ਅਕਿਊਜ਼ਡ ਉਹਦੇ ਵਿੱਚ ਪ੍ਰੋਕਲੇਮਡ ਅਫੈਂਡਰ ਸੀ ਜਿਹਨੂੰ ਅਸੀਂ PO ਕਹਿੰਦੇ ਹਾਂ, ਭਗੌੜੇ ਸੀ। ਸੋ ਕੋਰਟ ਦੇ ਵਿੱਚ ਜਦੋਂ ਉਹ ਅਪੀਲ ਫਾਈਲ ਕੀਤੀ ਸਟੇਟ ਨੇ, UT ਨੇ ਮਤਲਬ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ, ਤੇ ਉਹਨੂੰ ਕੋਰਟ ਨੇ ਤਾਂ ਡਿਸਮਿਸ ਕਰਤਾ। ਪਰ ਕੋਰਟ ਨੇ ਡਿਸਮਿਸ ਕਰਕੇ ਅਪੀਲ ਫਿਰ ਕਿਹਾ ਕਿ ਜੀ ਜਿਹੜੇ ਵੀ ਬੰਦੇ ਇਸ ਕੇਸ ਦੇ ਵਿੱਚ ਭਗੌੜੇ ਨੇ ਉਹਨਾਂ ਨੂੰ ਲੱਭਿਆ ਜਾਵੇ। ਭਗੌੜੇ ਲੱਭਣ ਲਈ ਜਦੋਂ ਕੋਰਟ ਨੇ ਆਰਡਰ ਕੀਤਾ ਤੇ ਉਦੋਂ ਜਿਹੜੇ ਲੇਟ ਮਿਸਟਰ ਮੁਲਤਾਨੀ ਮਤਲਬ ਜਿਹੜੇ IAS ਦੇ ਵਿੱਚ ਸੀਗੇ, ਬਲਵੰਤ ਸਿੰਘ ਮੁਲਤਾਨੀ ਜੀ ਦੇ ਫਾਦਰ, ਉਹਨਾਂ ਨੇ ਇੱਕ ਐਫੀਡੇਵਿਟ ਫਾਈਲ ਕੀਤਾ ਕਿ ਜੀ ਮੇਰੇ ਬੇਟੇ ਨੂੰ ਗਲਤ PO ਡਿਕਲੇਅਰ ਕੀਤਾ ਗਿਆ, ਇਹਨੂੰ ਤਾਂ ਸੁਮੇਧ ਸਿੰਘ ਸੈਣੀ ਨੇ ਮਾਰ ਦਿੱਤਾ ਸੀ। ਉਸ ਤੋਂ ਬਾਅਦ ਭੁੱਲਰ ਫੈਮਿਲੀ ਵੱਲੋਂ ਐਫੀਡੇਵਿਟ ਆਇਆ ਕਿ ਦਵਿੰਦਰਪਾਲ ਭੁੱਲਰ ਦੇ ਫਾਦਰ ਐਂਡ ਮਾਸਟਰ ਨੂੰ ਵੀ ਮਾਰ ਦਿੱਤਾ ਗਿਆ, ਉਹ ਗਲਤ PO ਡਿਕਲੇਅਰ ਹੋਇਆ, ਸੈਣੀ ਨੇ ਮਾਰਤਾ ਸੀ ਐਨਕਾਊਂਟਰ 'ਚ। ਉਸ ਤੋਂ ਬਾਅਦ ਉਹ ਵੀ CBI ਨੂੰ ਦੇਤਾ। ਫਿਰ 9 ਮਹੀਨੇ ਦੀ ਤਫਤੀਸ਼ ਔਰ ਕਰੀਬ 70 ਵਿਟਨੈਸ ਐਗਜ਼ਾਮਿਨ ਕਰਕੇ CBI ਨੇ ਸੁਮੇਧ ਸੈਣੀ ਤੇ ਇੱਕ FIR ਰਜਿਸਟਰ ਕੀਤੀ। ਫਿਰ ਇੱਕ ਟੈਕਨੀਕਲ ਇਸ਼ੂ ਦੇ ਵਿੱਚ ਪੰਜਾਬ ਗਵਰਨਮੈਂਟ ਨੇ ਜਾ ਕੇ ਸਟੇ ਲਿਆ ਸੁਪਰੀਮ ਕੋਰਟ ਤੋਂ।
ਉਹਦੇ ਉੱਤੇ ਫਾਈਨਲੀ ਜਦੋਂ ਜਜਮੈਂਟ ਆਈ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੀ ਇੱਕ ਵਾਰੀ ਕਿਉਂਕਿ ਆਰਡਰ ਜਿਹੜਾ ਸੀ ਉਹ ਇੱਕ ਟੈਕਨੀਕਲ ਇਸ਼ੂ ਤੇ ਸਾਨੂੰ ਸੈਟ ਅਸਾਈਡ ਕਰਨਾ ਪੈ ਰਿਹਾ, ਸੋ ਸਾਰਾ ਕੁਝ ਉਸ ਤੋਂ ਬਾਅਦ ਕੁਐਸ਼ ਹੁੰਦਾ ਹੈ, ਲੇਕਿਨ ਪਾਰਟੀਆਂ ਦੁਬਾਰਾ ਕੰਪਲੇਂਟ ਦੇ ਕੇ ਪ੍ਰੋਸੈਸ ਆਫ ਲਾਅ ਸ਼ੁਰੂ ਕਰ ਸਕਦੀਆਂ ਔਰ ਇਸ ਤਫਤੀਸ਼ ਨੂੰ ਡਿਗ ਆਊਟ ਕੀਤਾ ਜਾ ਸਕਦਾ, ਮਤਲਬ ਦੁਬਾਰਾ ਸ਼ੁਰੂ ਕੀਤਾ ਜਾ ਸਕਦਾ ਪ੍ਰੋਸੈਸ ਸਾਰਾ। ਉਸ ਤੋਂ 2-3 ਮਹੀਨੇ ਬਾਅਦ ਕਿਉਂਕਿ ਸੈਣੀ ਡੀਜੀਪੀ ਬਣ ਗਿਆ ਸੀ, ਸੋ ਕੁਝ ਵੀ ਨਹੀਂ ਉਹਦੇ 'ਚ ਹੋ ਸਕਦਾ ਸੀ, ਕੋਈ ਡਰ ਦਾ ਕੰਪਲੇਂਟ ਦੇਣ ਨਹੀਂ ਆਇਆ। ਹੁਣ ਮੁਲਤਾਨੀ ਫੈਮਿਲੀ ਵੱਲੋਂ ਕੰਪਲੇਂਟ ਆਈ 2020 ਦੇ ਵਿੱਚ, ਉਹਨਾਂ ਨੇ ਕੰਪਲੇਂਟ ਦਿੱਤੀ, ਉਹਦੇ ਤੇ FIR ਹੋਈ। ਉਸ ਤੋਂ ਬਾਅਦ ਮੈਂ ਇਸ ਕੇਸ ਦੇ ਵਿੱਚ ਦੁਬਾਰਾ ਆਇਆ। ਪਹਿਲਾਂ ਮੈਂ ਭੁੱਲਰ ਫੈਮਿਲੀ ਵੱਲੋਂ ਲਾਇਰ ਸੀ, ਆਈ ਵਾਸ ਅਸਿਸਟਿੰਗ ਮਿਸਟਰ ਬਾਲਗੋਪਾਲ ਸੁਪਰੀਮ ਕੋਰਟ ਦੇ ਵਿੱਚ, ਸੋ ਹੁਣ ਮੁਲਤਾਨੀ ਵੱਲੋਂ ਮੈਨੂੰ ਇੰਗੇਜ ਕੀਤਾ ਗਿਆ, ਮੁਲਤਾਨੀ ਫੈਮਿਲੀ ਵੱਲੋਂ। ਸਰ ਜਿਹੜਾ ਮੁਲਤਾਨੀ ਕੇਸ ਹੈ ਜੀ, ਸੁਮੇਧ ਸੈਣੀ ਦਾ ਜਿਹੜਾ ਤਸ਼ੱਦਦ ਹੈ ਮੁਲਤਾਨੀ ਦੇ ਉੱਪਰ, ਉਹ 'ਚ ਕੀ ਸਰ ਗੱਲਾਂ ਖੁੱਲ੍ਹ ਕੇ ਸਾਹਮਣੇ ਆਈਆਂ? ਦੇਖੋ ਤਸ਼ੱਦਦ ਜੇ ਤੁਸੀਂ ਸੈਣੀ ਦੀ ਵੇਖੋਗੇ ਨਾ, ਇਹਦੀ ਹਰ ਜਗ੍ਹਾ ਉਹੋ ਜਿਹੇ ਐਲੀਗੇਸ਼ਨਸ ਇਹਦੇ 'ਤੇ ਲੱਗੇ ਆ, ਬੰਦਿਆਂ ਨੂੰ ਸੋਡੋਮਾਈਜ਼ ਕਰਨ ਦੇ, ਟੌਰਚਰ ਕਰਨ ਦੇ। ਐਂਡ ਹੁਣ ਮੁਲਤਾਨੀ ਕੇਸ ਦੇ ਵਿੱਚ ਬਲਵੰਤ ਸਿੰਘ ਮੁਲਤਾਨੀ 'ਤੇ ਜੋ ਚੀਜ਼ ਆ ਰਹੀ ਹੈ, ਇਹਨਾਂ ਨੂੰ ਇੰਨਾ ਟੌਰਚਰ ਕੀਤਾ ਕਿ ਇਹਨਾਂ ਦੀ ਅੱਖ ਬਾਹਰ ਆ ਗਈ। ਅੱਖ ਬਾਹਰ ਆ ਗਈ? ਹਾਂਜੀ, ਇਹ ਆਈ ਵਿਟਨੈਸਿਸ ਨੇ ਦੱਸਿਆ। ਉਹਨਾਂ ਦੇ ਪਿੱਛੇ ਇੱਕ ਸਟਿਕ ਇਨਸਰਟ ਕੀਤੀ, ਇੱਕ ਡੰਡਾ ਇਨਸਰਟ ਕੀਤਾ ਔਰ ਉਹਦੇ 'ਤੇ ਠੁੱਡਾਂ ਮਾਰੀਆਂ, ਜਿਸ ਤੋਂ ਬਾਅਦ ਉਹ ਕੋਲੈਪਸ ਕਰ ਗਏ। ਬਾਕੀ ਟੌਰਚਰ ਤਾਂ ਇੰਨਾ ਹੈਵਾਨੀਅਤ ਭਰਿਆ ਟੌਰਚਰ ਤਾਂ ਸਾਹਮਣੇ ਆ ਹੀ ਗਿਆ। ਜਿਹੜੇ ਚੰਡੀਗੜ੍ਹ ਪੁਲਿਸ ਦੇ ਕੁਛ ਇਹਦੇ 'ਚ ਅਪਰੂਵਰ ਬਣੇ ਆ, ਉਹਨਾਂ ਨੇ ਬੜੀ ਇੰਪੋਰਟੈਂਟ ਡਿਟੇਲਸ ਇਹਦੇ 'ਚ ਫਰਨਿਸ਼ ਕੀਤੀਆਂ। ਉਸ ਤੋਂ ਬਾਅਦ ਟੌਰਚਰ ਤਾਂ ਜੋ ਹੋਇਆ ਸੋ ਹੋਇਆ ਹੈ, ਪਰ ਇੰਨਾ ਹੈਵਾਨੀਅਤ ਭਰਿਆ ਟੌਰਚਰ ਤਾਂ ਮਤਲਬ ਇਜ਼ ਅਨਪ੍ਰੈਸੀਡੈਂਟਡ, ਮਤਲਬ ਕਦੇ ਸੁਣਨ ਨੂੰ ਨਹੀਂ ਮਿਲਦਾ। ਪਰ ਸੈਣੀ ਨੇ ਬਾਕੀ ਹੋਰ ਵੀ ਇਹਦੇ 'ਤੇ ਜਿਹੜੇ ਦਾ ਦਿੱਲੀ ਵਾਲਾ ਕੇਸ ਹੈ ਜਿਹੜਾ CBI ਕੋਲ ਹੈ, ਉਹਦੇ ਵਿੱਚ ਵੀ ਇੱਕ ਇੱਕ ਵਿਕਟਮ ਫੈਮਿਲੀ ਵੱਲੋਂ ਪਟੀਸ਼ਨ ਪਈ ਸੀ ਹਾਈ ਕੋਰਟ, ਉਹਦੇ 'ਚ ਵੀ ਇਹਦੇ 'ਤੇ ਸੋਡੋਮਾਈਜ਼ ਕਰਨ ਦੇ ਐਲੀਗੇਸ਼ਨਸ ਲੱਗੇ ਸੀ। ਸੋ ਇਹੋ ਜਿਹਾ ਘਟੀਆ ਟੌਰਚਰ ਸੁਮੇਧ ਸੈਣੀ ਹੀ ਕਰਦਾ ਹੈ ਹਮੇਸ਼ਾ, ਉਹੀ ਇਹਦੇ 'ਤੇ ਐਲੀਗੇਸ਼ਨਸ ਲੱਗਦੇ ਰਹੇ ਹੈ, ਉਹੀ ਚੀਜ਼ਾਂ ਸਾਹਮਣੇ ਆਉਂਦੀਆਂ। ਔਰ ਉਸ ਤੋਂ ਬਾਅਦ ਫਿਰ ਓਬਵੀਅਸਲੀ ਬੋਡੀ ਦਾ ਡਿਸਪੋਜ਼ ਆਫ ਇਹਨੇ ਕਰਵਾਈ। ਸਰ ਮੀਰ ਮੰਨੂ ਔਰ ਜ਼ਕਰੀਆ ਖਾਨ ਦੀ ਜਿਹੜੀ ਹਿਸਟਰੀ ਹੈ, ਜੀ, ਮਤਲਬ ਉਸ ਨੂੰ ਵੀ ਜਿਹੜਾ ਇਹਦਾ ਤਸ਼ੱਦਦ ਆ, ਵਹਿਸ਼ੀਆਨਾ ਅਣਮਨੁੱਖੀ ਤਸ਼ੱਦਦ, ਜੀ, ਉਹ ਉਹਨਾਂ ਨੂੰ ਵੀ ਮਾਤ ਦੇ ਰਿਹਾ ਸਰ? ਬਿਲਕੁਲ ਦਿੰਦਾ ਹੈ ਜੀ। ਦੇਖੋ ਉਹੀ ਗੱਲ ਹੈ, ਔਰ ਵਰਸਟ ਪਾਰਟ ਇਜ਼ ਇਹ ਉਹ ਅਫਸਰ ਦੀ ਗੱਲ ਹੈ ਜਿਹਦੇ ਬਾਰੇ ਅਸੀਂ ਕਹਿ ਰਹੇ ਹਾਂ ਕਿ ਉਹਦੇ ਤੋਂ ਡਿਊਟੀ ਦੇ ਵਿੱਚ ਐਕਸਪੈਕਟਡ ਸੀ ਕਿ ਉਹ ਲੋਕਾਂ ਦੀ ਜਾਨ ਬਚਾਊਗਾ। ਵਰਦੀ ਪਾਉਣ ਵਾਲੇ ਦਾ ਕੀ ਧਰਮ ਹੁੰਦਾ ਹੈ ਕਿ ਉਹਨੇ ਆਪਣੀ ਜਾਨ ਕੁਰਬਾਨ ਕਰਨੀ ਹੈ ਦੂਜਿਆਂ ਦੀ ਜਾਨ ਬਚਾਉਣ ਲਈ, ਬਿਨਾਂ ਝਿਜਕਿਆਂ, ਬਿਨਾਂ ਸੋਚਿਆਂ। ਅਸੀਂ ਸੁਮੇਧ ਸੈਣੀ ਵਰਗਿਆਂ ਤੋਂ ਆ ਐਕਸਪੈਕਟ ਕਰੀਏ ਜਿਹੜੇ ਆਪ ਇਨੋਸੈਂਟ ਬੰਦਿਆਂ ਨੂੰ ਮਾਰ ਰਹੇ ਆ। ਵਰਦੀ ਦਾ ਜਿਹੜਾ ਧਰਮ ਹੁੰਦਾ ਉਹਦੇ ਉਲਟ ਜਾਂਦੇ ਆ, ਇਨਸਾਨੀਅਤ ਦੀ ਜਗ੍ਹਾ ਹੈਵਾਨੀਅਤ ਦਿਖਾਉਂਦੇ ਆ, ਇਨੋਸੈਂਟ ਬੰਦਿਆਂ ਨੂੰ ਮਾਰਦੇ ਆ। ਸੁਮੇਧ ਸੈਣੀ ਨੇ ਕਦੇ ਆ ਨਹੀਂ ਸੋਚਿਆ ਵਰਦੀ ਨਾਲ ਦਗਾ ਕਰ ਰਿਹਾ। ਜਿਹੜਾ ਆਪਣੀ ਵਰਦੀ ਨਾਲ ਦਗਾ ਕਰ ਗਿਆ, ਇਨਸਾਨੀਅਤ ਨਾਲ ਦਗਾ ਕਰ ਗਿਆ, ਉਹ ਬੰਦੇ ਤੋਂ ਕੀ ਐਕਸਪੈਕਟਡ ਹੈ? ਬਿਲਕੁਲ। ਫਿਰ ਉਹੀ ਗੱਲ ਆਉਂਦੀ ਹੈ, ਰੱਬ ਦੀ ਲਾਠੀ 'ਚ ਆਵਾਜ਼ ਨਹੀਂ ਹੁੰਦੀ। ਰੱਬ ਨੇ ਜਦੋਂ ਅਗਲੇ ਦਾ ਹਿਸਾਬ ਕਿਤਾਬ ਕਰਨਾ ਹੈ, ਉਹ ਕਿਸੇ ਵੀ ਫਾਰਮ 'ਚ ਕਰ ਦੇਣਾ ਹੈ। ਆਲੋ ਦਾ ਹਿਸਾਬ ਕਿਤਾਬ ਸ਼ੁਰੂ ਹੋਇਆ ਪਿਆ। ਸਰ ਤੁਸੀਂ ਵੀ ਮੈਂ ਸੁਣਿਆ ਵੀ IPS ਕਲੀਅਰ ਕੀਤਾ ਟੈਸਟ, ਉਸ ਤੋਂ ਬਾਅਦ ਤੁਸੀਂ ਰਿਜ਼ਾਈਨ ਕਰ ਗਏ ਜੀ। ਬਈ ਮੇਰੀ ਜ਼ਮੀਰ ਨਹੀਂ ਮੰਨਦੀ ਕਿ ਮੈਂ ਵਰਦੀ ਨਾਲ ਦਗਾ ਕਰਾਂ ਜਾਂ ਵਰਦੀ ਨਾਲ ਗੱਦਾਰੀ ਕਰਾਂ। ਸਰ ਮੈਂ ਵਰਦੀ ਨਾਲ ਗੱਦਾਰੀ ਨਹੀਂ ਕਹਿੰਦਾ। ਉਹਦੇ 'ਚ ਕੀ ਹੁੰਦਾ ਹੈ, ਜਦੋਂ ਤੁਸੀਂ ਵਰਦੀ ਪਾਉਂਦੇ ਹੋ ਤੁਸੀਂ ਇੱਕ ਸਿਸਟਮ ਦਾ ਹਿੱਸਾ ਹੋ। ਮੈਂ ਐਜ਼ ਕੀ ਹੋਣਾ ਸੀ IPS ਹੋ ਕੇ? ਇੱਕ SP ਹੋਣਾ ਸੀ। ਮੈਂ ਕਿਸੇ ਮੈਂ ਸੁਮੇਧ ਸਿੰਘ ਸੈਣੀ ਵਰਗੇ ਤੇ ਪਰਚਾ ਦਰਜ ਕਰ ਸਕਦਾ ਸੀ? ਬਿਲਕੁਲ ਨਹੀਂ। ਹੁਣ ਮੈਨੂੰ ਕੋਈ ਆ ਕੇ ਡਿਟੇਲ ਦੇ ਦਿੰਦਾ ਕਿ ਜੀ ਆ ਲੋ ਸੁਮੇਧ ਸੈਣੀ ਨੇ ਆ ਕੀਤਾ, ਕੀ ਮੈਂ ਸੁਮੇਧ ਸੈਣੀ ਤੇ ਪਰਚਾ ਦਿੰਦਾ? ਨਹੀਂ। ਮੰਨ ਲਓ ਮੈਂ ਕਿਸੇ ਤੋਂ ਪਰਚਾ ਦਿੰਦਾ, ਮੇਰਾ DIG ਅੱਗੇੋਂ ਕਹਿ ਦਿੰਦਾ ਸੀਨੀਅਰ ਕਿ ਨਹੀਂ ਪਰਚਾ ਕੱਟ ਦੇ, ਕੈਂਸਲ, ਨਹੀਂ ਰਜਿਸਟਰ ਕਰਨਾ, ਮੈਂ ਕੀ ਕਰ ਲੈਂਦਾ? ਦੂਜੀ ਗੱਲ, ਵਰਦੀ ਪਾ ਕੇ ਤੁਸੀਂ ਆਪਣੇ ਸੀਨੀਅਰਸ ਨੂੰ ਸਲੂਟ ਕਰਦੇ ਹੋ, ਉਹਨਾਂ ਨੂੰ ਰਿਸਪੈਕਟ ਦਿੰਦੇ ਹੋ। ਮੈਂ ਇਹੋ ਜਿਹਾ ਨੂੰ ਰਿਸਪੈਕਟ ਨਹੀਂ ਦੇ ਸਕਦਾ। ਬਿਲਕੁਲ। ਗੱਲ ਇੱਥੇ ਇੱਕ ਸੁਮੇਧ ਸੈਣੀ ਦੀ ਨਹੀਂ ਹੈ, ਇਹ ਇੱਕ ਉਹੋ ਜਿਹੇ ਲੋਟ ਦੀ ਹੈ। ਉਹ ਇੱਕ ਅਫਸਰ ਨਹੀਂ ਹੈ, ਉਹਦੇ ਵਰਗੇ 50 ਅਫਸਰ ਹੋਰ ਨੇ। ਬਿਲਕੁਲ ਸਰ। ਮੈਂ ਉਹੋ ਜਿਹਾ ਨੂੰ ਸਲੂਟ ਕਰਕੇ ਆਪਣੀ ਯੂਨੀਫਾਰਮ ਨੂੰ ਸ਼ਰਮਸਾਰ ਕਰਾਂ? ਮੈਂ ਜਿਹੜੀਆਂ ਵੈਲਿਊਜ਼ ਵਰਦੀ ਦੀਆਂ ਸਿੱਖੀਆਂ, ਜਿਹੜੇ ਪ੍ਰਿੰਸੀਪਲ ਸਿੱਖੇ, ਉਹ ਹੋਰ ਸਿੱਖੇ, ਉਹ ਇਹੋ ਜਿਹੇ ਨਹੀਂ ਸਿੱਖੇ। ਟ੍ਰੇਨਿੰਗ ਦੇ ਵਿੱਚ ਜੋ ਆਈਡੀਅਲਿਜ਼ਮ ਸਿਖਾਇਆ ਜਾਂਦਾ, ਬਾਕੀ ਚੀਜ਼ਾਂ ਆਖੀਆਂ ਜਾਂਦੀਆਂ ਹੋਰ ਹੁੰਦੀਆਂ। ਉਹ ਹੁੰਦੀਆਂ ਕਿ ਤੁਸੀਂ ਆਪਣੇ ਪ੍ਰਿੰਸੀਪਲਸ 'ਤੇ ਖੜੇ ਰਹਿਣਾ ਹੈ, ਆਪਣੀ ਜਾਨ ਕੁਰਬਾਨ ਕਰਨੀ ਹੈ। ਜਿਵੇਂ ਕਬੀਰ ਜੀ ਨੇ ਕਿਹਾ, ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੇ ਕਭੂ ਨਾ ਛਾੜੇ ਖੇਤ। ਸਾਨੂੰ ਉਸ ਰਾਹ 'ਤੇ ਚੱਲਣਾ ਹੁੰਦਾ ਹੈ। ਇੱਥੇ ਤਾਂ ਇਨੋਸੈਂਟ ਲੋਕਾਂ ਦੀ ਜਾਨ ਬਚਾਉਣ ਦੀ ਜਗ੍ਹਾ ਲੈਣ ਦਾ ਸਿਲਸਿਲਾ ਚਲਾਇਆ ਹੋਇਆ ਸੀ। ਇਹੋ ਜਿਹਾ ਨੂੰ ਮੈਂ ਕਿਵੇਂ ਸਲੂਟ ਕਰ ਸਕਦਾ? ਬਿਲਕੁਲ ਬਿਲਕੁਲ।
ਤੋ ਵਰਦੀ ਪਾ ਕੇ ਜੇ ਤੁਸੀਂ ਰੱਬ ਦਾ ਰਾਹ ਹੀ ਛੱਡ ਗਏ ਤੇ ਉਹ ਵਰਦੀ ਦਾ ਫਾਇਦਾ ਕੀ? ਕੱਲ੍ਹ ਨੂੰ ਮੈਂ ਨਹੀਂ ਚਾਹੁੰਦਾ ਕਿ ਮੇਰੇ ਬੱਚੇ ਵੀ ਇੱਕ ਸ਼ਰਮਿੰਦਗੀ ਮਹਿਸੂਸ ਕਰਨ ਕਿ ਸਾਡਾ ਪਿਓ IPS ਦਾ ਸੀ ਪਰ ਉਹਨੇ ਵਰਦੀ ਪਾ ਕੇ ਦੇਖੋ ਇਹੋ ਜਿਹੇ ਅਫਸਰਾਂ ਨੂੰ ਸਲੂਟ ਕੀਤਾ। ਇੰਨਾ ਹੈਲਪਲੈਸ ਸੀ ਸਿਸਟਮ ਦੇ ਵਿੱਚ ਕਿ ਉਹ ਕਿਸੇ ਨੂੰ ਇਨਸਾਫ ਨਹੀਂ ਦੇ ਸਕਿਆ। ਔਰ ਇਹੀ ਕੁਛ ਹੋ ਰਿਹਾ ਸਰ ਸਿਸਟਮ 'ਚ। ਤੇ ਅੱਜ ਉਹ ਫਖਰ ਨਾਲ ਇਹ ਤਾਂ ਕਹਿਣਗੇ ਨਾ ਕਿ ਸਾਡਾ ਪਿਓ ਝੁਕਿਆ ਨਹੀਂ, ਲੜ ਪਿਆ, ਰਿਟੈਲੀਏਟ ਕਰ ਗਿਆ। ਬਿਲਕੁਲ ਦੈਟ ਇਜ਼ ਹਾਊ ਆਈ ਵੁੱਡ ਲਾਈਕ ਕਿ ਮੈਨੂੰ ਲੋਕੀ ਯਾਦ ਰੱਖਣ ਰਾਦਰ ਦੈਨ ਦਿਸ ਕਿ ਮੈਂ ਇੱਕ ਹੈਲਪਲੈਸ ਸਿਸਟਮ ਦਾ ਪਾਰਟ ਸੀ। ਹੈਲਪਲੈਸ ਸਿਸਟਮ ਦਾ ਹੈਲਪਲੈਸ ਪਾਰਟ ਉਹ ਮੈਂ ਨਹੀਂ ਬਣ ਸਕਦਾ। ਸਰ ਕਰੋੜਾਂ ਹੀ ਜਿਹੜੇ ਲੋਕ ਨੇ ਜਾਂ ਕਰੋੜਾਂ ਹੀ ਦਰਸ਼ਕ ਨੇ, ਕਰੋੜਾਂ ਹੀ ਸੰਗਤਾਂ ਮੈਂ ਕਹਿ ਲਵਾਂ, ਜਦੋਂ ਪ੍ਰਦੀਪ ਸਿੰਘ ਵਿਰਕ ਜੀ ਦਾ ਨਾਮ ਆਉਂਦਾ ਤਾਂ ਸਰ ਉਹ ਬੜੇ ਫਖਰ ਨਾਲ ਕਹਿੰਦੇ ਨੇ ਯਾਰ ਕਮਾਲ ਆ, ਉਹ ਯੋਧਾ ਵਕੀਲ ਹੈ ਨਾ, ਉਹ ਡਟਿਆ ਉਸ ਅਫਸਰ ਦੇ ਅੱਗੇ ਜਿੱਤੋਂ ਸਾਰਾ ਪੁਲਿਸ ਸਿਸਟਮ ਥਰ-ਥਰ ਕੰਬਦਾ ਸੀ। ਉਹ ਸੁਮੇਧ ਸੈਣੀ ਆ ਗਿਆ, ਸੁਮੇਧ ਸੈਣੀ ਆ ਗਿਆ, ਪਰ ਇੱਕ ਪ੍ਰਦੀਪ ਸਿੰਘ ਵਿਰਕ ਹੈ ਜਿਹੜਾ ਅੜ ਰਿਹਾ। ਜਦੋਂ ਅੱਜ ਤੁਸੀਂ ਮੇਰੀ ਇੰਟਰਵਿਊ ਕਰ ਰਹੇ ਹੋ ਕਿਤੇ ਨਾ ਕਿਤੇ ਤਾਂ ਤੁਸੀਂ ਵੀ ਸਟੈਂਡ ਲੈ ਰਹੇ ਹੋ। ਜਿਹੜੇ ਮੇਰੇ ਲਈ ਲੋਕੀ ਅਰਦਾਸਾਂ ਕਰ ਰਹੇ ਹੈ ਕਿਤੇ ਨਾ ਕਿਤੇ ਉਹ ਵੀ ਸਟੈਂਡ ਲੈ ਰਹੇ ਆ, ਤਾਂ ਹੀ ਅਰਦਾਸਾਂ ਹੋ ਰਹੀਆਂ ਮੇਰੇ ਲਈ। ਬਿਲਕੁਲ। ਸੋ ਇਸ ਕਰਕੇ ਹਰ ਬੰਦਾ ਆਪਣੇ ਹਿੱਸੇ ਦੀ ਹਿੰਮਤ ਸ਼ੋਅ ਕਰ ਰਿਹਾ ਹੈ। ਉਹ ਕਿਉਂ ਲੋਕੀ ਅੱਗੇ ਆ ਕੇ ਕੰਪਲੇਂਟਸ ਨਹੀਂ ਦਿੱਤੀਆਂ ਜਾਂ ਕਿਉਂ ਥਰ-ਥਰ ਕੰਬਣ ਲੱਗ ਗਏ ਮੈਨੂੰ ਨਹੀਂ ਪਤਾ। ਮੈਨੂੰ ਕਿਸੇ ਨੇ ਇੱਕ ਸਵਾਲ ਇੱਕ ਵਾਰੀ ਪੁੱਛਿਆ ਸੀ ਕਿ ਸੁਮੇਧ ਸੈਣੀ ਨੇ ਸਿੱਖਾਂ ਤੇ ਜਦੋਂ ਤਸ਼ੱਦਦ ਕੀਤੀ, ਮੈਂ ਕਿਹਾ ਜੀ ਸੁਮੇਧ ਸੈਣੀ ਨੇ ਕਿਵੇਂ ਕੀਤੀ? ਉਹਦੇ ਤਾਂ ਜਿੰਨੇ ਵੀ ਟੀਮ ਦੇ ਅਫਸਰ ਨੇ ਸਾਰੇ ਸਿੱਖ ਨੇ ਜਿਹੜੇ ਪੱਗ ਬੰਨ੍ਹਦੇ ਆ। ਉਮਰਾ ਨੰਗਲ ਪੱਗ ਬੰਨ੍ਹਦਾ, ਬਲਕਾਰ ਸਿੱਧੂ ਪੱਗ ਬੰਨ੍ਹਦਾ, ਕੀ ਨਾਂ ਇਹਦਾ ਪਰਮਜੀਤ ਪੰਨੂ, ਆ ਤਿੰਨ ਤਾਂ ਮੈਂ ਤੁਹਾਨੂੰ ਆਫ ਹੈਂਡ ਗਿਣਾ ਰਿਹਾ, ਬਾਕੀਆਂ ਦਾ ਮੈਨੂੰ ਨਹੀਂ ਪਤਾ। ਪਰ ਮੈਨੂੰ ਹੁਣ ਇਹ ਦੱਸੋ ਇਹਨਾਂ ਤਿੰਨਾਂ ਚੋਂ ਤੁਸੀਂ ਕਿਵੇਂ ਕਹਿੰਦੇ ਹੋ ਕਿ ਸਿੱਖ ਨਹੀਂ ਹੈ? ਔਰ ਜੇ ਸਿੱਖ ਨੇ ਇਹ ਆਪ ਉਹਦੀ ਚੀਜ਼ਾਂ ਨੂੰ ਅੰਜਾਮ ਦੇ ਰਹੇ ਹੈ, ਫਿਰ ਅਸੀਂ ਕਿਹੜੇ ਸਿੱਖ ਜਾਂ ਸਿੱਖੀ ਦੇ ਰਾਹ ਦੀ ਗੱਲ ਕਰ ਰਹੇ ਹਾਂ? ਗੁਰੂਆਂ ਦੇ ਰਾਹ ਦੀ ਗੱਲ ਕਰ ਰਹੇ ਹਾਂ। ਨਾ ਇਹ ਅਫਸਰ ਚੰਗੇ ਬਣੇ, ਨਾ ਇੱਕ ਸਿੱਖ ਚੰਗੇ ਬਣੇ। ਬਿਲਕੁਲ। ਔਰ ਜਿਹੜੇ ਇੱਕ ਡਰਨ ਦੀ ਆ ਉਹ ਚੀਜ਼ ਦੀ ਗੱਲ ਹੈ, ਵੇਖੋ ਸਿੱਖ ਕੌਮ ਡਰਨ ਲਈ ਨਹੀਂ ਬਣੀ। ਬਿਲਕੁਲ। ਸੋ ਉਹ ਚੀਜ਼ ਕਿਤੇ ਨਾ ਕਿਤੇ ਮੈਨੂੰ ਦੁੱਖ ਵੀ ਦਿੰਦੀ ਹੈ ਜਦੋਂ ਕੋਈ ਕਹਿੰਦਾ ਹੈ ਕਿ ਜੀ ਦੂਜੇ ਲੋਕ ਡਰਦੇ ਸੀ। ਪਰ ਮੇਰੇ ਖਿਆਲ ਨਾਲ ਜੇ ਡਰਦੇ ਹੁੰਦੇ, ਅੱਜ ਤੁਸੀਂ ਮੇਰੀ ਇੰਟਰਵਿਊ ਨਾ ਲੈ ਰਹੇ ਹੁੰਦੇ, ਮੇਰੇ ਲਈ ਅਰਦਾਸਾਂ ਨਾ ਹੋ ਰਹੀਆਂ ਹੁੰਦੀਆਂ, ਦੁਆਵਾਂ ਨਾ ਦੇ ਰਹੇ ਹੁੰਦੇ, ਉਹ ਸਾਰਾ ਕੁਝ ਤਾਂ ਹੀ ਹੈ ਕਿਉਂਕਿ ਅੱਜ ਕਿਤੇ ਨਾ ਕਿਤੇ ਨਿਡਰਤਾ ਲੋਕਾਂ ਨੇ ਦਿਖਾਈ ਹੈ। ਬਿਲਕੁਲ। ਔਰ ਉਹੀ ਮੇਰੀ ਤਾਕਤ ਹੈ, ਉਹੀ ਮੇਰੀ ਜਿੱਤ ਦਾ ਕਾਰਨ ਬਣੂਗੀ ਤੁਹਾਡੇ ਸਾਹਮਣੇ। ਸਰ ਮੁਲਤਾਨੀ, ਬਿਲਕੁਲ ਸਰ, ਜਿੱਤ ਤੁਹਾਡੀ ਹੋਏਗੀ ਜ਼ਰੂਰ, ਔਰ ਸੱਚ ਦੀ ਜਿੱਤ ਹੋਏਗੀ। ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਬਿਲਕੁਲ। ਪਰ ਸਰ ਇਸ ਜ਼ੁਲਮ ਦਾ ਔਰ ਜ਼ਾਲਮ ਦਾ ਨਾਸ਼ ਹੋਏਗਾ। ਬਿਲਕੁਲ ਹੋਏਗਾ ਜੀ। ਸਰ ਮੁਲਤਾਨੀ ਕੇਸ ਤੋਂ ਬਾਅਦ ਜੀ ਤੁਹਾਡਾ ਨਾਮ ਆਇਆ, ਹਾਈਲਾਈਟ ਹੋਏ ਤੁਸੀਂ ਬਹੁਤ ਜ਼ਿਆਦਾ। ਉਸ ਤੋਂ ਬਾਅਦ ਸਰ ਹੋਰ ਵੀ ਕੁਝ ਲੋਕ ਸਾਹਮਣੇ ਆਏ ਜਿਨ੍ਹਾਂ ਦੇ ਨਾਲ ਐਸੇ ਤਸ਼ੱਦਦ ਹੋਏ, ਤੁਹਾਡੇ ਕੋਲ ਮਿਲੇ ਆ ਕਿ ਤੁਹਾਨੂੰ? ਇੰਟਰਵਿਊਜ਼ ਮੈਨੂੰ ਕਈਆਂ ਨੇ ਫਾਰਵਰਡ ਕੀਤੀਆਂ, ਪਰ ਮੈਂ ਉਸ ਚੀਜ਼ ਨੂੰ ਜ਼ਿਆਦਾ ਵੇਟੇਜ ਤਾਂ ਨਹੀਂ ਦਿੱਤੀ ਬਿਕੋਜ਼ ਇੰਟਰਵਿਊ ਦੇ ਵਿੱਚ ਗੱਲ ਕਹਿਣਾ ਹੋਰ ਚੀਜ਼ ਹੈ, ਕੋਰਟ ਦੇ ਵਿੱਚ ਜਾਣਾ ਹੋਰ ਹੈ। ਇੰਟਰਵਿਊ ਦੇ ਵਿੱਚ ਕੋਈ ਵੀ ਇਨਸਾਨ ਕੁਝ ਵੀ ਬੋਲ ਦੇਵੇ, ਬਿਲਕੁਲ ਉਹ ਸਹੀ ਹੈ ਜਾਂ ਗਲਤ। ਜੇ ਉਹਦੇ ਕੋਲ ਮਟੀਰੀਅਲ ਹੈ, ਉਹਦੇ ਕੋਲ ਸਾਰਾ ਕੁਝ ਹੈ, ਤਾਂ ਕੋਰਟ ਕਿਉਂ ਨਹੀਂ ਆ ਰਹੇ? ਇਸ ਕੇਸ ਦੇ ਵਿੱਚ ਜਿਵੇਂ ਕੁਝ ਗਵਾਹ ਆਪੇ ਅੱਗੇ ਆਏ ਜਿਨ੍ਹਾਂ ਨੂੰ ਡਿਟੇਲਸ ਪਤਾ ਸੀਗੀਆਂ, ਉਹੋ ਜਿਹੀਆਂ ਚੀਜ਼ਾਂ ਹੋਰ ਹੈ। ਪਰ ਨਵੇਂ ਕੇਸਿਸ ਦੀ ਜੇ ਅਸੀਂ ਗੱਲ ਕਰੀਏ ਜਾਂ ਸੈਣੀ ਦੇ ਪੁਰਾਣੀ ਕੀਤੀ ਤਸ਼ੱਦਦ ਕਿਸੇ ਨੇ ਚੁੱਕੀ ਹੋਵੇ, ਉਹ ਨਹੀਂ। ਉਹ ਹਾਂ, ਮੈਨੂੰ ਇੰਟਰਵਿਊਜ਼ ਹੈਗੀਆਂ, ਉਹਨਾਂ ਨੂੰ ਮੈਂ ਵੇਟੇਜ ਦਿੰਦਾ ਹੀ ਨਹੀਂ। ਉਹ ਜਿਹਨੇ ਲੜਨਾ ਕੋਰਟ ਦੇ ਵਿੱਚ ਜਾਂ ਪੁਲਿਸ ਨੂੰ ਕੰਪਲੇਂਟ ਦੇਊਗਾ ਜਾਂ 156(3) CRPC ਦੇ ਅੰਡਰ ਕੰਪਲੇਂਟ ਕੋਰਟ ਦੇ ਵਿੱਚ ਫਾਈਲ ਕਰੂਗਾ। ਉਹ ਚੀਜ਼ਾਂ ਪਤਾ ਨਹੀਂ ਕਿਉਂ ਲੋਕੀ ਡਰੀ ਜਾਂਦੇ ਆ ਕਰਨ ਤੋਂ। ਉਹ ਚੀਜ਼ ਦਾ ਮੈਨੂੰ ਅੱਜ ਤੱਕ ਕਾਰਨ ਨਹੀਂ ਸਮਝ ਆਇਆ। ਇੰਟਰਵਿਊਜ਼ ਦੇਣ ਦੀ ਕੋਈ ਰੈਲੇਵੈਂਸ ਨਹੀਂ ਹੈ ਉਸ ਚੀਜ਼ ਤੇ, ਉਹਦਾ ਕੋਈ ਫਾਇਦਾ ਨਹੀਂ ਹੈ, ਉਹਦੀ ਕੋਈ ਆਊਟਕਮ ਨਹੀਂ ਹੋਣੀ। ਇੰਟਰਵਿਊ ਦੇ ਵਿੱਚ ਤਾਂ ਸਰ ਕਈ ਪੁਲਿਸ ਅਫਸਰਾਂ ਨੇ ਵੀ ਰਾਜ ਖੋਲ੍ਹੇ ਨੇ, ਚਾਹੇ ਕੋਈ ਪੁਲਿਸ ਇੰਸਪੈਕਟਰ ਰਿਹਾ ਉਹ ਸੈਣੀ ਦੇ ਨਾਲ ਰਿਹਾ। ਮੈਂ ਦੱਸਦਾ, ਉਹ ਜਿਹੜੀ ਪਿੰਕੀ ਦੀ ਤੁਸੀਂ ਗੱਲ ਕਰ ਰਹੇ ਹੋ ਨਾ, ਮੈਂ ਉਸ ਚੀਜ਼ ਨੂੰ ਬਿਲਕੁਲ ਵੇਟੇਜ ਨਹੀਂ ਦਿੰਦਾ। ਪਿੰਕੀ ਦੀ ਤੁਸੀਂ ਕੋਈ 4 ਇੰਟਰਵਿਊਜ਼ ਲੈ ਲਓ, ਮੈਚ ਨਹੀਂ ਕਰਨਗੀਆਂ, ਨਹੀਂ ਕਰਦੀਆਂ। ਉਹ ਅੱਜ ਇੱਕ ਬਿਆਨ ਦੇ ਦਿੰਦਾ, ਅਗਲੀ ਵਾਰੀ ਉਹਦੇ ਤੋਂ ਬਦਲ ਜਾਂਦਾ, ਫਿਰ ਤੀਜੀ ਵਾਰੀ ਕੁਝ ਹੋਰ ਬਦਲ ਜਾਂਦਾ। ਸੋ ਇਸ ਕਰਕੇ ਉਸ ਚੀਜ਼ ਦੀ ਕੋਈ ਰੈਲੇਵੈਂਸ ਨਹੀਂ ਹੈ। ਮੈਂ ਪਿੰਕੀ ਦੀ ਨਾ ਮੈਂ ਪਿੰਕੀ ਨੂੰ ਜਾਣਦਾ, ਬਟ ਮੈਂ ਜਿੰਨੀ ਉਹਦੀ ਇੰਟਰਵਿਊਜ਼ ਦੇਖੀਆਂ, ਮੈਂ ਉਸ ਤੋਂ ਬਾਅਦ ਕਦੇ ਵੇਟੇਜ ਹੀ ਨਹੀਂ ਦਿੱਤੀ। ਇਸ ਕੇਸ ਦੇ ਵਿੱਚ ਵੀ ਉਹਦੇ ਬਿਆਨ ਸੀ, ਉਹਨਾਂ ਤੋਂ ਵੀ ਬਦਲ ਰਿਹਾ ਸੀ। ਕਿਉਂ ਉਹਦੀ ਇੰਟਰਵਿਊਜ਼ ਦੇ ਵਿੱਚ ਕੰਟਰਾਡਿਕਸ਼ਨ ਹੈ? ਤਾਂ ਕਿ ਕੱਲ੍ਹ ਨੂੰ ਸੈਣੀ ਉਹ ਚੀਜ਼ ਲਾ ਸਕੇ, ਦੇਖੋ ਜੀ ਇਹਨੂੰ ਮੇਰੇ ਖਿਲਾਫ ਸਟੇਟਮੈਂਟ ਦੇਣ ਲਈ ਕੰਪੈਲ ਕੀਤਾ ਗਿਆ। ਹੁਣ ਮੈਨੂੰ ਕਿਸੇ ਨੇ ਇੰਟਰਵਿਊ ਭੇਜੀ ਜਿੱਥੇ ਉਹ ਮੇਰੇ ਫਾਦਰ ਦੀ ਰੈਫਰੈਂਸ ਦੇ ਰਿਹਾ,
ਕਿ ਜੀ ਉਹਨਾਂ ਦੀ ਐਂ ਟ੍ਰੀਟਮੈਂਟ ਸੀ, ਉਹਨਾਂ ਦੇ ਯੂਰੀਨਰੀ ਬੈਗ ਐਂ ਟੰਗਿਆ ਸੀ, ਜੋ ਚੀਜ਼ਾਂ ਕਦੇ ਹੋਈਆਂ ਹੀ ਨਹੀਂ। ਹੋਈਆਂ ਹੀ ਨਹੀਂ। ਚੈੱਕ ਕਰ ਲਓ। ਬਿਲਕੁਲ। ਉਹਨੇ ਇੱਕ ਇੰਟਰਵਿਊ 'ਚ ਕਿਸੇ ਨੇ ਮੈਨੂੰ ਮਤਲਬ ਕੁਐਸਚਨ ਪੁੱਟ ਕੀਤਾ ਕਿ ਮੈਂ ਬੰਬੇ ਟ੍ਰੀਟਮੈਂਟ ਲਈ ਗਿਆ, ਮੈਂ ਕਦੇ ਨਹੀਂ ਗਿਆ ਇਹਨਾਂ ਨਾਲ ਟ੍ਰੀਟਮੈਂਟ ਲਈ ਬੰਬੇ, ਕਿਉਂਕਿ ਮੇਰੇ ਫਾਦਰ ਦਾ ਮਹਾਰਾਸ਼ਟਰ ਕਾਡਰ ਸੀ, ਇਹਨਾਂ ਦੇ ਸਾਰੇ ਬੈਚਮੇਟਸ ਉੱਥੇ ਸੀ, ਇਹ ਤੇ ਮੇਰੇ ਮਦਰ ਗਏ ਸੀ, ਮੈਂ ਸਾਰਾ ਟਾਈਮ ਇੱਥੇ ਸੀ। ਇਹ ਕਹਿੰਦਾ ਗਏ ਉੱਥੇ, ਮੈਂ ਗਿਆ ਹੀ ਨਹੀਂ। ਅੱਜ ਚੈੱਕ ਕਰ ਲਓ, ਸੈਣੀ ਨੂੰ ਪਤਾ ਮੈਂ ਨਹੀਂ ਗਿਆ। ਹੁਣ ਸੈਣੀ ਕਹਿੰਦਾ ਉਸ ਵੇਲੇ ਬੰਬੇ ਸੀ, ਇਹ ਬੰਬੇ ਨਹੀਂ ਸੀ, ਇੱਥੇ ਸੀ। ਰਵੀ ਸਿੱਧੂ ਕੇਸ ਹੋਇਆ ਉਸ ਵੇਲੇ ਇੰਟੈਲੀਜੈਂਸ ਦੇ ਵਿੱਚ ਪੋਸਟਡ ਸੀ, ਇਹ ਬੰਬੇ ਗਿਆ ਹੀ ਨਹੀਂ। ਕਿੱਦਾਂ ਮਤਲਬ ਝੂਠ ਹੈ ਸਰ? ਮੈਂ ਉਹੀ ਚੀਜ਼ ਦੱਸ ਰਿਹਾ ਨਾ। ਸੋ ਇਸ ਕਰਕੇ ਮੈਂ ਦੂਜੇ ਲੋਕਾਂ ਦੀਆਂ ਸਟੇਟਮੈਂਟਸ 'ਤੇ ਨਹੀਂ ਜਾਂਦਾ, ਮੈਂ ਤਾਂ ਡਾਕੂਮੈਂਟਰੀ ਐਵੀਡੈਂਸ ਦੇ ਬੇਸ 'ਤੇ ਗੱਲ ਕਰਦਾ ਜੋ ਵੀ ਕਰਦਾ, ਤਾਂ ਕਿ ਮੈਂ ਉਹੀ ਗੱਲ ਪਹਿਲਾਂ ਕੋਰਟ ਦੇ ਸਾਹਮਣੇ ਰੱਖਦਾ, ਕੋਰਟ ਦੇ ਸਾਹਮਣੇ ਰੱਖਣ ਤੋਂ ਬਾਅਦ ਮੈਂ ਚੈਨਲਸ ਦੇ ਉੱਤੇ ਦੱਸਿਆ। ਸਰ ਬਹਿਬਲ ਕਲਾਂ ਗੋਲੀ ਕਾਂਡ ਔਰ ਬਰਗਾੜੀ ਕਾਂਡ ਔਰ ਮੁਲਤਾਨੀ ਕੇਸ, ਸਰ ਕਿੱਥੇ ਤੱਕ ਮਤਲਬ ਕੇਸ ਹੁਣ ਪਹੁੰਚੇ ਨੇ ਇਹ? ਦੇਖੋ ਜੀ, ਇਹ ਤਾਂ ਜਿਹੜਾ ਰੀਸੈਂਟ ਸੈਣੀ ਦੀ ਇੱਕ ਐਂਟੀਸਪੇਟਰੀ ਬੇਲ ਦੇ ਵਿੱਚ ਆਰਡਰ ਆਇਆ ਹੈ, ਉਸ ਤੋਂ ਬਾਅਦ ਜੋ ਮੈਨੂੰ ਸਮਝ ਆਉਂਦੀ ਹੈ, ਕਿਉਂਕਿ ਸੈਣੀ ਨਾਮਜ਼ਦ ਹੈਗਾ ਇਹਨਾਂ ਦੋਵਾਂ ਕੇਸਿਸ ਦੇ ਵਿੱਚ, ਬਰਗਾੜੀ ਤੇ ਬਹਿਬਲ ਕਲਾਂ 'ਚ, ਐਜ਼ ਅ ਰਿਜ਼ਲਟ ਸੁਮੇਧ ਸੈਣੀ ਦੇ ਅਗੇਂਸਟ ਇਹ ਇਨਵੈਸਟੀਗੇਸ਼ਨ ਸਟੇ ਹੋਣ ਕਰਕੇ ਉਹ ਮੈਟਰ ਵੀ ਤਫਤੀਸ਼ ਉਹਨਾਂ ਦੀ ਰੁਕ ਗਈ ਹੈ ਜਾਂ ਰੁਕੀ ਹੋਣੀ ਚਾਹੀਦੀ ਹੈ, ਜੋ ਮੈਨੂੰ ਸਮਝ ਆਉਂਦਾ ਹੈ। ਹੁਣ ਜਦੋਂ ਤੱਕ ਸਟੇ ਵਿਕੇਟ ਨਹੀਂ ਹੁੰਦੇ ਉਦੋਂ ਤੱਕ ਕੁਝ ਨਹੀਂ ਹੋ ਸਕਦਾ, ਅਦਰਵਾਈਜ਼ ਸੁਮੇਧ ਸੈਣੀ ਦੀ ਪੂਰੀ ਲਾਇਬਿਲਿਟੀ ਬਣਦੀ ਹੈ। ਮੁਲਤਾਨੀ ਕੇਸ ਦੇ ਵਿੱਚ ਤਫਤੀਸ਼ ਇੱਕ ਵਾਰੀ ਹੋ ਹਟੀ ਹੈ, ਉਹ ਚੀਜ਼ ਰੁਕੀ ਤਾਂ ਹੈ ਕਿਉਂਕਿ ਅਗੇਨ ਇਨਵੈਸਟੀਗੇਸ਼ਨ ਤੇ ਬਲੈਂਕਟ ਸਟੇ ਆ ਗਿਆ, KIP ਸਿੰਘ ਦਾ ਰੋਲ ਇਨਵੈਸਟੀਗੇਟ ਹੋ ਰਿਹਾ ਸੀ, ਕੋਰਟ ਦੇ ਵਿੱਚ ਚਲਾਨ ਫਾਈਲ ਹੋ ਚੁੱਕਿਆ ਹੈ, ਸਪਲੀਮੈਂਟਰੀ ਚਲਾਨ ਇਹਨਾਂ ਨੇ ਜੇ ਫਾਈਲ ਕਰਨਾ ਸੀ, ਉਹ ਸੁਪਰੀਮ ਕੋਰਟ ਦੇ ਵਿੱਚ ਇਹਦੀ ਕੁਐਸ਼ਨ ਪੈਂਡਿੰਗ ਹੈ ਮੁਲਤਾਨੀ ਕੇਸ ਦੀ। ਮੁਲਤਾਨੀ ਕੇਸ ਹੈ ਜਿਹੜਾ ਸਟੇ ਨਹੀਂ ਕੀਤਾ ਹਾਈ ਕੋਰਟ ਨੇ, ਕਿਉਂਕਿ ਉਹ ਸੁਪਰੀਮ ਕੋਰਟ ਦੀ ਕੁਐਸ਼ਨ ਪੈਂਡਿੰਗ ਹੈ, ਤੇ ਪੰਜਾਬ ਸਰਕਾਰ ਨੇ ਉਹਦੇ 'ਚ ਕਿਹਾ ਜੀ ਅਸੀਂ ਚਲਾਨ ਫਾਈਲ ਕੀਤਾ ਹੈ, ਉਹਦੇ ਤੇ ਰੁਕੇ ਹੋਏ ਹਾਂ। ਸਰ ਇਹ ਪਹਿਲਾਂ SSP ਔਰ ਸਰਕਾਰ ਬਦਲੀ, ਉਹਦੇ 'ਚ ਇਹਨੂੰ DGP ਲਾ ਦਿੱਤਾ ਗਿਆ, ਜਦੋਂ ਕਿ ਉਸ ਸਰਕਾਰ ਨੂੰ ਜਾਂ CM ਨੂੰ ਵੀ ਪਤਾ ਸੀ, ਡਿਪਟੀ CM ਨੂੰ ਵੀ ਪਤਾ ਸੀ ਵੀ ਸੁਮੇਧ ਸੈਣੀ ਦਾ ਇਹ ਚਿਹਰਾ ਹੈ, ਆ ਇਹਦੀ ਸ਼ਖਸੀਅਤ ਹੈ, ਔਰ ਐਸਾ ਕੁਛ ਇਹਨੇ ਕੀਤਾ, ਜ਼ੁਲਮ ਢਾਇਆ। ਦੇਖੋ ਫਿਰ ਉਹ ਪੰਥਕ ਅਖਵਾਉਣ ਵਾਲੇ ਲੋਕਾਂ ਨੇ ਉਹਨੂੰ DGP ਲਾਤਾ ਸਰ। ਮੈਂ ਉਹਦੇ ਵਿੱਚ ਦੇਖੋ, ਮੈਂ ਨਾ ਮੈਂ ਅਕਾਲੀਆਂ ਦੇ ਨਾਲ ਆ, ਨਾ ਮੈਂ ਕਾਂਗਰਸ ਦੇ ਨਾਲ ਆ, ਮੈਂ ਕਿਸੇ ਪਾਰਟੀ ਦੇ ਨਾਲ ਨਹੀਂ ਆ, ਬਟ ਮੈਂ ਇੱਕ ਇੰਡੀਪੈਂਡੈਂਟ ਲਾਇਰ ਦੇ ਨਾਤੇ ਗੱਲ ਕਹਿ ਰਿਹਾ। ਹਾਂਜੀ। ਇੱਕ ਸਰਕਾਰ 2007 ਦੇ ਵਿੱਚ ਬਣਦੀ ਹੈ, ਸੁਮੇਧ ਸੈਣੀ ਨੂੰ ਆਊਟ ਆਫ ਟਰਨ ਵਿਜੀਲੈਂਸ ਚੀਫ ਲਾ ਦਿੰਦੀ ਹੈ। ਉਹ ਵਿਜੀਲੈਂਸ ਚੀਫ ਬਣ ਕੇ ਝੂਠੇ ਪਰਚੇ ਦਿੰਦਾ ਹੈ, ਲੋਕਾਂ ਨੂੰ ਤੰਗ ਕਰਦਾ, ਸਾਰਾ ਕੁਝ ਕਰਦਾ ਹੈ। ਪਬਲਿਕ ਉਸ ਸਰਕਾਰ ਨੂੰ ਵੋਟ ਦੇ ਕੇ ਦੁਬਾਰਾ ਪਾਵਰ 'ਚ ਲਿਆਉਂਦੀ ਹੈ, ਤੇ ਇਹਦਾ ਮਤਲਬ ਕੀ ਹੈ ਕਿ ਸੁਮੇਧ ਸੈਣੀ ਤੋਂ ਖੁਸ਼ ਸੀ ਕਿ ਦੁਖੀ ਸੀ? ਸਰ ਇੱਕ ਸਾਡੀ ਰਿਸਪੌਂਸਿਬਿਲਿਟੀ ਹੈ, ਮੈਂ ਜੇ ਅੱਜ ਬੋਲ ਰਿਹਾ ਇੱਥੇ, ਇਹਦਾ ਇਹ ਮਤਲਬ ਨਹੀਂ ਹੈ ਕਿ ਮੈਂ ਦੂਜਿਆਂ ਤੇ ਬਲੇਮ ਪਾਈ ਜਾਵਾਂ ਤੇ ਆਪਣੀ ਰਿਸਪੌਂਸਿਬਿਲਿਟੀ, ਆਪਣੇ ਹਿੱਸੇ ਦਾ ਵਰਕਲੋਡ ਜਾਂ ਰਿਸਪੌਂਸਿਬਿਲਿਟੀ ਨਾ ਮੋਢਿਆਂ ਤੇ ਆਪਣੇ ਚੁੱਕਾਂ। ਆਈ ਹੈਵ ਟੂ ਸ਼ੇਅਰ ਮਾਈ ਪਾਰਟ ਆਫ ਦੀ ਰਿਸਪੌਂਸਿਬਿਲਿਟੀ। ਉਹੀ ਗੱਲ ਇੱਥੇ ਆਉਂਦੀ ਹੈ, ਸੁਮੇਧ ਸੈਣੀ ਨੂੰ ਉਹਨਾਂ ਨੇ ਲਾਇਆ 5 ਸਾਲ ਆਊਟ ਆਫ ਟਰਨ, ਕੋਈ ਹੈਡ ਨਹੀਂ ਉਹਦਾ, ਤੇ ਉਸ ਤੋਂ ਬਾਅਦ 5 ਸਾਲਾਂ ਬਾਅਦ ਬਾਦਲਾਂ ਦਾ ਕੇਸ ਵੀ ਬੰਦ ਹੋਇਆ। ਉਸ ਤੋਂ ਬਾਅਦ ਕੀ ਹੋਇਆ ਮੈਨੂੰ ਦੱਸੋ? ਗਵਾਹ ਮੁਕਰੇ, ਸਾਰਾ ਹੋਇਆ। ਪਬਲਿਕ ਨੇ ਉਸੇ ਗਵਰਨਮੈਂਟ ਨੂੰ ਦੁਬਾਰਾ ਪਾਵਰ 'ਚ ਲਿਆਂਦਾ, ਤੇ ਕੀ ਇਹ ਕਲੀਅਰ ਇੰਡੀਕੇਸ਼ਨ ਨਹੀਂ ਸੀ ਕਿ ਪਬਲਿਕ ਨੇ ਸ਼ਾਬਾਸ਼ੀ ਦਿੱਤੀ ਹੈ ਸੁਮੇਧ ਸੈਣੀ ਦੇ ਕੀਤੇ ਕੰਮ ਲਈ? ਜਦੋਂ ਸਰਕਾਰ ਨੇ DGP ਲਾਤਾ, ਮੈਨੂੰ ਅੱਜ ਇੱਕ ਛੋਟੀ ਜਿਹੀ ਗੱਲ ਦੱਸੋ, ਮਤਲਬ ਬਹੁਤ ਤੁਹਾਡੇ ਦਰਸ਼ਕਾਂ ਨੂੰ ਮੈਂ ਇੱਕ ਸੋਚਣ ਵਾਲੀ ਗੱਲ ਦੇ ਰਿਹਾ, ਵਿਜੀਲੈਂਸ ਚੀਫ ਜ਼ਿਆਦਾ ਪਾਵਰਫੁਲ ਹੈ ਕਿ DGP ਪਾਵਰਫੁਲ ਹੈ? ਵਿਜੀਲੈਂਸ ਚੀਫ ਹਰ ਮਹਿਕਮੇ ਤੇ ਪਰਚਾ ਦੇ ਸਕਦਾ ਕਿ ਤੁਹਾਡੇ ਮਹਿਕਮੇ 'ਚ ਕਰਪਸ਼ਨ ਹੈ, ਤੁਹਾਡੇ 'ਚ ਕਰਪਸ਼ਨ ਹੈ, ਤੁਹਾਡੇ 'ਚ ਕਰਪਸ਼ਨ ਹੈ। DGP ਕੀ ਕਰੂਗਾ? DGP ਤਾਂ ਕ੍ਰਾਈਮ ਹੋ ਰਿਹਾ ਤਾਂ ਗੱਲ ਕਰੂਗਾ। ਉਹਨੇ ਵਿਜੀਲੈਂਸ ਚੀਫ ਹੁੰਦਿਆਂ ਕੀ ਕੀਤਾ ਸਾਰਿਆਂ ਨੂੰ ਪਤਾ ਹੈ, ਉਹੀ ਅਫਸਰ ਸੀ, ਉਹੀ ਕ੍ਰਿਮੀਨਲ ਸੀ, ਝੂਠੇ ਪਰਚੇ ਹੋਈ ਗਏ, ਸਾਰਾ ਕੁਝ ਹੋਈ ਗਿਆ। ਪਬਲਿਕ ਨੇ ਕਿਹਾ ਜੀ ਲਿਆਓ, ਉਹਨਾਂ ਨੇ ਫਿਰ DGP ਲਾਤਾ। ਜਦੋਂ DGP ਲਾਇਆ, ਬਰਗਾੜੀ ਬਹਿਬਲ ਕਲਾਂ ਇੰਸੀਡੈਂਟ ਹੋਇਆ, ਉਸੇ ਸਰਕਾਰ ਨੂੰ ਇਹਨਾਂ ਨੂੰ ਟ੍ਰਾਂਸਫਰ ਕਰਨਾ ਪੈ ਗਿਆ। ਸੋ ਇਸ ਕਰਕੇ ਮੈਂ ਕਿਤੇ ਵੀ ਉਸ ਗਵਰਨਮੈਂਟ ਨੂੰ ਬਲੇਮ ਨਹੀਂ ਕਰਦਾ, ਇਹ ਪਬਲਿਕ ਦੀ ਰਿਸਪੌਂਸਿਬਿਲਿਟੀ। ਜੇ ਪਬਲਿਕ ਨਾਖੁਸ਼ ਸੀ, ਐਕਸਪ੍ਰੈਸ ਕਰ ਦੇ। ਬਿਲਕੁਲ। ਉਹਨਾਂ ਨੇ ਕਿਹਾ ਜੀ ਇਹਨੂੰ ਲਾਓ, ਤਾਂ ਹੀ ਸਰਕਾਰ ਨੂੰ ਲੈ ਕੇ ਆਏ। ਕੋਈ ਨਹੀਂ ਬੋਲਿਆ ਉਦੋਂ, ਕੋਈ ਨਹੀਂ ਬੋਲਿਆ। ਉਦੋਂ ਜੇ ਆਹੀ ਗਵਰਨਮੈਂਟ ਨਾ ਰਿਪੀਟ ਹੁੰਦੀ ਤੇ ਉਹਨਾਂ ਨੂੰ ਕਿਉਂ ਇਹ ਮੈਸੇਜ ਜਾਂਦਾ? ਬਿਲਕੁਲ। ਉਹ ਅੱਛਾ, ਜਦੋਂ ਬਰਗਾੜੀ ਬਹਿਬਲ ਕਲਾਂ ਹੋ ਗਿਆ ਇੰਸੀਡੈਂਟ, ਉਸ ਤੋਂ ਬਾਅਦ ਉਸੇ ਸਰਕਾਰ ਨੇ ਉਹਨੂੰ ਟ੍ਰਾਂਸਫਰ ਆਊਟ ਕਰਤਾ, ਉਹਨਾਂ ਨੇ ਦੁਬਾਰਾ ਕਦੇ ਲਾਇਆ ਹੀ ਨਹੀਂ ਉਹਨੂੰ। ਸੋ ਕਿਤੇ ਨਾ ਕਿਤੇ ਜੀ ਸਾਡੀ ਵੀ ਐਜ਼ ਪਬਲਿਕ, ਐਜ਼ ਅ ਵੋਟਰ ਰਿਸਪੌਂਸਿਬਿਲਿਟੀ ਹੈ, ਅਸੀਂ ਉਹਦੇ ਤੋਂ ਭੱਜ ਨਹੀਂ ਸਕਦੇ। ਬਿਲਕੁਲ। ਅਸੀਂ ਇੱਕ ਖਰਾਬ ਆਦਤ ਪਾ ਲਈ ਕਿ ਅਸੀਂ ਦੁਨੀਆ ਨੂੰ ਬਲੇਮ ਕਰਦੇ ਰਹਿੰਦੇ ਹਾਂ, ਪਰ ਸਾਡੀ ਰਿਸਪੌਂਸਿਬਿਲਿਟੀ ਤੋਂ ਥੋੜੀ ਅਸੀਂ ਭੱਜ ਸਕਦੇ ਹਾਂ। ਬਿਲਕੁਲ ਸਰ, ਇਹ ਕਾਰਨ ਕੀ ਹੈ? ਕਿਤੇ ਰੇਡ ਹੁੰਦੀ ਹੈ ਸੁਮੇਧ ਸੈਣੀ ਦੀ ਕੋਠੀ ਤੇ,
ਕਿਤੇ ਵਿਜੀਲੈਂਸ ਦਾ ਛਾਪਾ ਪੈਂਦਾ ਹੈ, ਕਿਤੇ ਕੋਈ ਕੇਸ, ਕਿਤੇ ਕੋਈ ਕੇਸ, ਹਰ ਵਾਰੀ ਮਤਲਬ ਬਚਦਾ ਰਹਿੰਦਾ ਇਹ। ਦੇਖੋ ਉਹ ਤਾਂ ਚੀਜ਼ਾਂ ਸਰਕਾਰ ਦੱਸ ਸਕਦੀ ਹੈ ਜੀ, ਉਹਦਾ ਤਾਂ ਮੈਂ ਕੀ ਜਵਾਬ ਦੇਵਾਂ। ਉਹਨੂੰ ਕਿੱਥੋਂ ਪਤਾ ਲੱਗ ਰਿਹਾ ਹੈ, ਕੌਣ ਦੱਸ ਰਿਹਾ ਹੈ, ਉਹ ਤਾਂ ਆਈ ਥਿੰਕ ਦੀ ਕਰੈਕਟ ਆਨਸਰ ਗਵਰਨਮੈਂਟ ਦੇ ਬੰਦਿਆਂ ਕੋਲ, ਸਰਕਾਰ ਜਾਂ ਇਹਨਾਂ ਦੇ ਆਫਿਸਰਸ, ਜਾਂ ਕਿਉਂਕਿ ਇਨਫੋਰਮੇਸ਼ਨ ਤਾਂ ਇੱਕ ਕਾਂਸਟੇਬਲ ਵੀ ਲੀਕ ਕਰ ਸਕਦਾ ਹੈ, ਪਰ ਗੱਲ ਇਹ ਕਾਂਸਟੇਬਲ ਤੱਕ ਵੀ ਗਈ ਕਿਵੇਂ। ਸੋ ਸਰਕਾਰੀ ਮਹਿਕਮੇ ਦਾ ਕੰਮ ਸਰਕਾਰ ਦੱਸੇ ਉਹ ਬੈਠੇ, ਏਜੰਸੀਆਂ ਵੀ ਲੀਕ ਕਰ ਸਕਦੀਆਂ ਸਰ। ਦੇਖੋ ਕਿਤੋਂ ਵੀ ਲੀਕ ਹੋ ਜਾਏ, ਉਹ ਸਰਕਾਰੀ ਮਹਿਕਮਾ ਹੈ, ਮਹਿਕਮਾ ਤਾਂ ਉਹ ਵੀ ਸਰਕਾਰੀ ਹੈ ਨਾ, ਉਹਨਾਂ ਕੋਲ ਵੀ ਇਨਫੋਰਮੇਸ਼ਨ ਗਵਰਨਮੈਂਟ ਡਿਪਾਰਟਮੈਂਟ ਤੋਂ ਆ ਰਹੀ ਹੈ। ਹੁਣ ਇਹ ਮਤਲਬ ਬੇਲ ਹੋਗੀ ਵੀ ਗ੍ਰਿਫਤਾਰੀ ਤੇ ਰੋਕ ਲੱਗੀ ਵੀ ਵੋਟਾਂ ਅਜੇ ਤਾਂ ਪੈਂਡਿੰਗ ਹੈ ਮੈਟਰ, ਪੈਂਡਿੰਗ ਹੈ। ਦੂਜੀ ਗੱਲ ਸਰਕਾਰ ਉਹਨੂੰ ਚੈਲੰਜ ਵੀ ਹੋ ਸਕਦਾ ਕਰੇ, ਉਹ ਕਦੋਂ ਕਰਦੇ ਹੈ, ਕੀ ਉਹਦੀ ਆਊਟਕਮ ਹੁੰਦੀ ਹੈ, ਉਹਨਾਂ ਚੀਜ਼ਾਂ 'ਤੇ ਡਿਪੈਂਡ ਕਰੂਗਾ। ਕਿਉਂਕਿ ਉਸ ਕੇਸ ਦੇ ਵਿੱਚ ਮੈਂ ਪਾਰਟੀ ਨਹੀਂ ਹਾਂ, ਮੈਂ ਮੁਲਤਾਨੀ ਕੇਸ ਦੇ ਵਿੱਚ ਜਿਹੜਾ ਸੀ, ਉਹ ਮੁਲਤਾਨੀ ਕੇਸ ਜੱਜ ਸਾਹਿਬ ਨੇ ਇਹਦੇ ਤੋਂ ਬਾਹਰ ਰੱਖਿਆ, ਆਰਡਰ 'ਚ ਲਿਖਿਆ ਹੋਇਆ FIR ਨੰਬਰ 77 ਨਹੀਂ ਲੈਣੀ ਵਿੱਚ। ਸੋ ਇਸ ਕਰਕੇ ਉਹ ਮੈਂ ਉਹਦੇ 'ਚ ਕੋਈ ਰੋਲ ਨਹੀਂ ਪਲੇ ਕਰ ਸਕਦਾ, ਉਹ ਤਾਂ ਹੁਣ ਸਰਕਾਰ ਨੇ ਕਰਨਾ ਚੈਲੰਜ, ਔਰ ਉਮੀਦ ਹੈ ਕਿ ਸਰਕਾਰ ਕਰੂਗੀ ਵੀ ਉਹਨੂੰ। ਬਿਲਕੁਲ ਸਰ, ਇੱਕ ਪਿਕਚਰ ਆਈ ਸੀ ਅੰਧਾ ਕਾਨੂੰਨ ਜੀ, ਉਹਦਾ ਸਰ ਇੱਕ ਟਾਈਟਲ ਸੌਂਗ ਸੀ, ਇਹ ਅੰਧਾ ਕਾਨੂੰਨ ਹੈ ਜਾने कहाँ दगा दे दे, जाने किसे सजा दे दे, साथ न दे कमज़ोरों का, ये साथी है चोरों का, बातों और दलीलों का, ये है खेल वकीलों का, ये इंसाफ नहीं करता, किसी को माफ़ नहीं करता, माफ़ी से हर खून है, ये अंधा कानून है। सर तुसी लॉयर हो, वकील हो, बड़े वकील हो, वो जड़ा गाने दे अल्फाज ने सर किते ना किते उन्हें सच्चाई है। क्योंकि पहली गल तो मैं एक बड़ा छोटा जिहा वकील हाँ, वड्डा वकील नहीं है, सिंपल जिहा बंदा, सिंपल जिहा वकील हाँ। दूजी गल सच्चाई मैं ਇਹਦੇ 'ਚ ਤਾਂ ਨਹੀਂ ਕਹਿੰਦਾ, ਮੇਰਾ ਸਭ ਤੋਂ ਵੱਧ ਵਿਸ਼ਵਾਸ ਉਸ ਰੱਬ ਦੇ ਵਿੱਚ ਹੈ, ਉਸ ਰੱਬ ਦੀ ਅਦਾਲਤ ਦੇ ਵਿੱਚ ਹੈ, ਉਹਦੀ ਲਾਠੀ 'ਚ ਆਵਾਜ਼ ਨਹੀਂ ਹੁੰਦੀ। ਬਿਲਕੁਲ, ਇਹ ਗੱਲ ਆਪਾਂ ਕਦੇ ਨਾ ਭੁੱਲੀਏ। ਬਿਲਕੁਲ, ਇਨਸਾਫ ਕਰਨ ਵਾਲੇ ਵੀ ਜੱਜ ਬੈਠੇ ਹੈ, ਕਾਨੂੰਨ ਬਣਾਉਣ ਵਾਲੇ ਜਿਹੜੇ ਬੈਠੇ ਆ ਪੋਲੀਟੀਸ਼ੀਅਨਸ, ਉਹ ਵੀ ਰੱਬ ਦੀ ਮਰਜ਼ੀ ਤੋਂ ਬਿਨਾਂ ਕੁਝ ਨਹੀਂ ਕਰ ਰਹੇ। ਬਿਲਕੁਲ। ਅੱਜ ਜੇ ਤੁਸੀਂ ਮੈਨੂੰ ਮੇਰੀ ਇੰਟਰਵਿਊ ਲੈ ਰਹੇ ਹੋ ਜਾਂ ਪੁੱਛ ਰਹੇ ਹੋ, ਇਹ ਵੀ ਕਿਤੇ ਰੱਬ ਦੀ ਰਜ਼ਾ ਸੀ ਤਾਂ ਮੈਂ ਕਿਹਾ ਬਿਲਕੁਲ ਸ਼ੁਰੂ ਹੋ ਗਿਆ। ਬਿਲਕੁਲ। ਸੋ ਇਸ ਕਰਕੇ ਜਿੱਦਣ ਰੱਬ ਨੇ, ਮਤਲਬ ਉਹੀ ਗੱਲ ਹੈ ਕਿ ਮਰਜ਼ੀ ਰੱਬ ਦੀ ਹੈ, ਸਾਡੇ ਹੱਥ ਪੱਲੇ ਕੁਝ ਨਹੀਂ ਹੈ, ਅਸੀਂ ਤਾਂ ਆਪਣੀ ਮਿਹਨਤ ਕਰਨੀ ਹੈ। ਉਹ ਮਿਹਨਤ ਕਰ ਰਹੇ ਹਾਂ, ਵਿਸ਼ਵਾਸ ਰੱਬ ਦੇ ਉੱਤੇ ਰੱਖ ਰਹੇ ਹਾਂ, ਕਿਉਂਕਿ ਕੋਈ ਵੀ ਇਨਸਾਨ ਹੋਵੇ, ਜੱਜ ਹੈ ਜਾਂ ਕੋਈ ਵੀ ਹੋਰ ਹੈ, ਵਕੀਲ ਹੈ, ਸਾਰੇ ਇਨਸਾਨ ਨੇ, ਚੱਲਣੀ ਉਸ ਰੱਬ ਦੀ, ਔਰ ਉਸ ਰੱਬ ਦੇ ਇਨਸਾਫ ਤੋਂ ਕੋਈ ਮਤਲਬ ਮੈਨੂੰ ਉਹਦੇ ਤੋਂ ਕੋਈ ਡਾਊਟ ਵੀ ਨਹੀਂ ਹੈ, ਔਰ ਮੇਰੇ ਖਿਆਲ ਤੁਹਾਡੇ ਦਰਸ਼ਕਾਂ ਨੂੰ ਵੀ ਨਹੀਂ ਹੋਣਾ। ਸੋ ਜਿੱਥੇ ਵੀ ਅਸੀਂ ਐਕਸਪੈਕਟ ਕਰੀਏ, ਸੈਣੀ ਆਪਦੇ ਪਾਪਾਂ ਦੀ ਸਜ਼ਾ ਤਾਂ ਇੱਥੇ ਹੀ ਭੁਗਤੂਗਾ। ਬਿਲਕੁਲ, ਉਹ ਨਾ ਨਿਕਲਿਆ ਨਾ ਨਿਕਲ ਸਕੂਗਾ। ਔਰ ਮੇਰਾ ਪੂਰਾ, ਤੁਹਾਡੇ ਦਰਸ਼ਕਾਂ ਨੂੰ ਮੈਂ ਅੱਜ ਵੀ ਕਹਿਣਾ, ਪੂਰਾ ਵਿਸ਼ਵਾਸ ਹੈ ਸੁਮੇਧ ਸੈਣੀ ਉਹਨਾਂ ਦੇ ਪਾਪਾ ਦੀ ਸਜ਼ਾ ਦਵਾ ਕੇ ਹਟਾਂਗੇ, ਜੋ ਮਰਜ਼ੀ ਹੋ ਜਾਏ। ਜਿੱਥੇ ਤੱਕ ਇਹਨੇ ਭੱਜਣਾ ਹੈ, ਬਚਣਾ ਹੈ, ਬਚ ਲਵੇ, ਜੋ ਰਿਲੀਫ ਲੈਣਾ ਲੈ ਲਵੇ। ਆਫਟਰ ਆਲ ਇਹ ਇੱਕ ਜਿਵੇਂ ਚੈਸ ਦਾ ਖੇਡ ਹੁੰਦਾ, ਕਦੇ ਬਾਜ਼ੀ ਕਿਸੇ ਵੱਲ ਤੁਰ ਪੈਂਦੀ ਹੈ, ਕਦੇ ਕਿਸੇ। ਜਿੱਤ ਅਖੀਰ ਦੇ ਵਿੱਚ ਇਨਸਾਫ ਦੀ ਹੁੰਦੀ ਹੈ, ਹਮੇਸ਼ਾ ਸੱਚਾਈ ਦੀ ਹੁੰਦੀ ਹੈ। ਇੰਨੀਆਂ ਅਰਦਾਸਾਂ ਕਦੇ ਵੀ ਨਹੀਂ ਬੇਕਾਰ ਜਾਣੀਆਂ। ਸਰ ਗੀਤ ਵੀ ਬਣੇ, ਔਰ ਢਾਡੀ ਸਿੰਘਾਂ ਨੇ ਵੀ ਮਤਲਬ ਕੁਛ ਕਿਹਾ। ਇੱਕ ਗੀਤ ਆਇਆ, ਬਿਰਕ ਨੇ ਧੂਆਂ ਕੱਢ ਦਿੱਤਾ ਸੈਣੀ ਦੀਆਂ ਨਾਸਾਂ 'ਚੋਂ। ਉਹ ਵੇਖੋ, ਗਾਣੇ ਜੋ ਮਰਜ਼ੀ ਲਿਖਣ, ਇਹ ਅਰਦਾਸਾਂ ਲੋਕਾਂ ਦੀਆਂ ਜਾਂ ਦੁਆਵਾਂ ਨੇ ਜਿਹੜੀਆਂ ਉਹ ਇਸ ਰੂਪ ਦੇ ਵਿੱਚ ਮੈਨੀਫੈਸਟ ਕਰ ਰਹੀਆਂ। ਮੈਂ ਕਹਾਂਗਾ ਉਹ ਲੋਕੀ ਆਪਣੇ ਐਕਸਪ੍ਰੈਸ ਕਰੇ। ਇਹੀ ਮੈਂ ਕਹਿੰਦਾ, ਦੁਆਵਾਂ ਤੇ ਚੀਜ਼ਾਂ ਮੇਰੀ ਤਾਕਤ ਨੇ। ਇਹੀ ਇਹਨਾਂ ਦੀ ਇੱਕ, ਇਹਨਾਂ ਦਾ ਸਾਥ, ਇਹਨਾਂ ਦਾ ਪਿਆਰ, ਇਹਨਾਂ ਦਾ ਸਾਰਿਆਂ ਦਾ ਇੱਕ, ਜਿਵੇਂ ਕਿਸੇ ਨੇ ਕਿਹਾ, ਮੈਂ ਅਕੇਲਾ ਚਲਾ ਥਾ ਜਾਨੇ ਬੇਮੰਜ਼ਿਲ ਮਗਰ ਲੋਕ ਸਾਥ ਆਤੇ ਗਏ ਔਰ ਕਾਰਵਾਂ ਬਣਤਾ ਗਿਆ। ਇਹ ਉਹੋ ਜਿਹਾ ਇੱਕ ਕਾਰਵਾਂ ਬਣ ਗਿਆ। ਲੋਕੀ ਦੁਆਵਾਂ ਕਰ ਰਹੇ ਹੈ, ਅਸੀਸਾਂ ਦੇ ਰਹੇ ਹੈ, ਅਰਦਾਸਾਂ ਕਰ ਰਹੇ ਹੈ, ਹੌਸਲਾ ਅਫਜ਼ਾਈ ਕਰ ਰਹੇ ਹੈ ਮੇਰੀ। ਉਹ ਸਾਰੇ ਇਸ ਜਿੱਤ ਦਾ ਹਿੱਸਾ ਹੋਣਗੇ, ਇਸ ਲੜਾਈ ਦਾ ਉਹ ਹਿੱਸਾ ਨੇ। ਤਾਂ ਹੀ ਮੈਂ ਕਹਿ ਰਿਹਾ, ਮੈਂ ਇਕੱਲਾ ਨਹੀਂ ਲੜ ਰਿਹਾ, ਹਰ ਕੋਈ ਨਾਲ ਲੜ ਰਿਹਾ। ਤੁਸੀਂ ਇੰਟਰਵਿਊ ਲੈ ਰਹੇ ਹੋ, ਤੁਸੀਂ ਵੀ ਨਾਲ ਹੋ। ਬਿਲਕੁਲ ਸਰ, ਕੋਈ ਸ਼ੱਕ ਨਹੀਂ। ਸੋ ਜਿਹਨੇ ਗਾਣੇ ਲਿਖੇ ਹੈ, ਜਿਹਨੇ ਕਿਸੇ ਨੇ ਕਵਿਤਾ ਲਿਖੀ ਹੈ, ਕੁਝ ਵੀ ਲਿਖਿਆ ਹੈ, ਮੈਨੂੰ ਬਹੁਤ ਇਹੋ ਜਿਹੇ ਮੈਸੇजेस ਵੀ ਆਉਂਦੇ ਹੈ, ਉਹ ਸਾਰੇ ਵੀ ਇਸ ਲੜਾਈ ਦਾ ਇੱਕ ਬਹੁਤ ਇੰਪੋਰਟੈਂਟ ਹਿੱਸਾ ਨੇ। ਨਾ ਸਿਰਫ ਉਹ ਹੌਸਲਾ ਅਫਜ਼ਾਈ ਕਰਦੇ ਹੈ, ਉਹ ਇੱਕ ਅੱਗੇ ਵਾਸਤੇ ਵੀ ਹੋਰ ਲੋਕਾਂ ਨੂੰ ਇਨਸਪਾਇਰ ਕਰਦੇ ਹੈ, ਹਿੰਮਤ ਦਿੰਦੇ ਹੈ ਕਿ ਆਵਾਜ਼ ਚੁੱਕਣ ਸੈਣੀ ਵਰਗਿਆਂ ਦੇ ਅਗੇਂਸਟ।
ਬਿਲਕੁਲ ਸਰ, ਕਰੋੜਾਂ ਹੀ ਦਰਸ਼ਕ, ਕਰੋੜਾਂ ਹੀ ਸੰਗਤਾਂ ਤੁਹਾਡੇ ਨਾਲ ਨੇ। ਪਿਛਲੇ ਸਾਲ ਸਰ ਮੈਂ ਇੱਕ ਆਰਟੀਕਲ ਲਿਖਿਆ ਸੀ ਤੁਹਾਡੇ ਤੇ, ਰੂਹ ਏ ਕਲਮ ਰੂਹ ਏ ਆਵਾਜ਼, ਤੇ ਉਹ ਸਾਰਾ ਆਰਟੀਕਲ ਮੈਂ ਲਿਖਤਾ। ਉਸ ਤੋਂ ਬਾਅਦ ਚਲੋ ਉਹਨੂੰ ਲਾਈਕ ਹੋਏ, ਸ਼ੇਅਰ ਹੋਏ। ਤਕਰੀਬਨ ਸਾਲ ਕੁ ਬਾਅਦ ਮੈਂ ਉਸ ਆਰਟੀਕਲ ਨੂੰ ਦੁਬਾਰਾ ਜਦੋਂ ਦੇਖਦਾ ਜੀ ਤਾਂ ਸਰ ਮੈਂ ਬੜਾ ਹੈਰਾਨ ਹੋਇਆ ਵੀ ਤੁਹਾਡਾ ਜਿਹੜਾ ਵਜੂਦ ਹੈ, ਤੁਹਾਡਾ ਜਿਹੜਾ ਅਕਸ ਹੈ, ਤੁਹਾਡੀ ਜਿਹੜੀ ਸ਼ਖਸੀਅਤ ਹੈ ਕੌਮ ਦੇ ਅੰਦਰ ਐਸੀ ਹੈ ਸਰ। ਤਕਰੀਬਨ ਉਹ 2 ਕਰੋੜ ਤੋਂ ਵੱਧ ਉਹਦੀ ਰੀਚ ਸੀ ਉਸ ਆਰਟੀਕਲ ਦੀ। ਥੈਂਕ ਯੂ ਸੋ ਮਚ ਜੀ। ਤੁਸੀਂ ਮੇਰੇ, ਮੈਂ ਫਿਰ ਉਹੀ ਗੱਲ ਕਹਾਂਗਾ ਕਿ ਮੇਰੇ ਵਰਗੇ ਛੋਟੇ ਜਿਹੇ ਸਿੰਪਲ ਜਿਹੇ ਬੰਦੇ ਲਈ ਤੁਸੀਂ ਇੰਨਾ ਲਿਖਿਆ, ਇਹੀ ਹੌਸਲਾ ਅਫਜ਼ਾਈ ਹੈ। ਸਰ ਸਿੰਪਲ ਨਹੀਂ, ਮਹਾਨ ਹੋ ਸਰ, ਨਹੀਂ ਪਰ ਮਹਾਨ ਹੀ ਇਹ ਕਾਰਜ ਕਰ ਸਕਦੇ ਆ ਸਰ। ਨਹੀਂ, ਇਹ ਦੁਆਵਾਂ ਨੇ ਜਿਹੜੀਆਂ ਕਾਮਯਾਬੀ ਦਵਾ ਰਹੀਆਂ। ਬਿਲਕੁਲ ਮੇਰੇ ਸਰ। ਵਰਗੇ ਦੇ ਹੱਥ ਪੱਲੇ ਅਦਰਵਾਈਜ਼ ਕੁਝ ਨਹੀਂ। ਮਿਹਨਤ ਹਰ ਕੇਸ 'ਚ ਹਰ ਵਕੀਲ ਕਰਦਾ ਹੈ। ਇਹ ਉਹ ਦੁਆਵਾਂ ਨੇ ਜਿਹੜੀਆਂ ਕਾਮਯਾਬੀ ਦਵਾ ਰਹੀਆਂ। ਮੈਂ ਅੱਜ ਵੀ ਆਹੀ ਕਹਿਣਾ ਹੈ, ਅਰਦਾਸਾਂ ਹੈ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਮੈਂ ਹਮੇਸ਼ਾ ਇਹ ਗੱਲ ਕਹਿਣਾ। ਬਿਲਕੁਲ ਸਰ, ਬਿਲਕੁਲ। ਇਹ ਸਨ ਪ੍ਰਦੀਪ ਸਿੰਘ ਵਿਰਕ ਜੀ, ਐਡਵੋਕੇਟ ਪ੍ਰਦੀਪ ਸਿੰਘ ਵਿਰਕ, ਜੋ ਆਪਣੇ ਆਪ ਦੇ ਵਿੱਚ ਹੀ ਇੱਕ ਹਿਸਟਰੀ ਨੇ ਔਰ ਹਿਸਟਰੀ ਹੀ ਬਣਨਗੇ। ਇਹ ਕੌਮ ਦੇ ਅੰਦਰ ਇਹਨਾਂ ਦਾ ਬੜਾ ਸਨਮਾਨ ਸਤਿਕਾਰ ਹੈ ਔਰ ਸਾਰੀ ਕੌਮ, ਸਾਰਾ ਪੰਥ ਇਹਨਾਂ ਦੇ ਨਾਲ ਹੈ ਔਰ ਸਾਰੀ ਪੰਥ ਦੀਆਂ, ਸਿੱਖ ਸੰਗਤਾਂ ਦੀਆਂ ਦੁਆਵਾਂ ਵੀ ਇਹਨਾਂ ਦੇ ਨਾਲ ਨੇ। ਔਰ ਖੁਦ ਉਹ ਕਹਿੰਦੇ ਨੇ ਮੈਨੂੰ ਤਾਂ ਦੁਆਵਾਂ ਨੇ ਹੀ ਇਹ ਸਾਰਾ ਕੁਝ ਇੱਥੋਂ ਤੱਕ ਪਹੁੰਚਾਇਆ। ਸੋ ਮਾਲਕ ਕਿਰਪਾ ਕਰੇ। ਜ਼ਬਰ ਅਤੇ ਜ਼ੁਲਮ ਦੇ ਵਿਰੁੱਧ ਜਿਹੜੀ ਇਹਨਾਂ ਨੇ ਆਵਾਜ਼ ਉਠਾਈ ਹੈ, ਉਹਦੇ ਵਿੱਚ ਸਾਹਿਬ ਕਿਰਪਾ ਕਰਨ, ਸੰਗਤਾਂ ਆਪਣੀ ਰਹਿਮਤ ਕਰਨ, ਅਸੀਸਾਂ ਬਖਸ਼ਣ ਕਿ ਫਤਿਹ ਹਾਸਲ ਹੋਵੇ, ਜਿੱਤ ਹਾਸਲ ਹੋਵੇ ਔਰ ਉਸ ਜ਼ਾਲਮ ਨੂੰ ਸਲਾਖਾਂ ਦੇ ਪਿੱਛੇ ਸਾਰਾ ਪੰਥ ਦੇਖਣਾ ਚਾਹੁੰਦਾ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਇਹ ਦੁਆਵਾਂ ਵਾਸਤੇ ਵੀ, ਇਹ ਅਰਦਾਸਾਂ ਵਾਸਤੇ ਵੀ। ਆ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਆਹੀ ਚੀਜ਼ ਮੈਂ ਕਹਿਣਾ, ਔਰ ਆਹੀ ਅਰਦਾਸਾਂ ਨੇ ਜਿਹੜੀਆਂ ਸਾਨੂੰ ਕਾਮਯਾਬੀ ਦਿਵਾਉਣਗੀਆਂ। ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।